जी सत श्री अकाल जी सारिਆਂ ਨੂੰ। मैं दविंदर सिद्धू थोड़ा सारिਆਂ ਦਾ एक बार फिर सक्सैस ट्री पंजाब ਤੇ बहुत ही निघा स्वागत करदा। सो स्टूडेंट्स ਆਪਾਂ ਜਿਹੜੀ ਇੱਕ ਸਪੈਸ਼ਲ ਸੀਰੀਜ਼ ਚਲਾਈ ਹੋਈ ਹੈ, ਇਹ ਪਲੇਲਿਸਟ ਚਲਾਈ ਹੈ ਜਿਹਦੇ ਵਿੱਚ ਆਪਾਂ ਪੰਜਾਬ ਸਟੇਟ ਬਜਟ ਨੂੰ ਕਵਰ ਕਰ ਰਹੇ ਹਾਂ। ਸੋ ਆਪਾਂ ਨੇ ਆਲਰੇਡੀ ਪੰਜਾਬ ਬਜਟ ਦੇ ਨਾਲ ਬੇਸਿਕਲੀ ਕਿਹਾ ਜਾਵੇ ਓਵਰਆਲ ਬਜਟ ਦੇ ਨਾਲ ਸੰਬੰਧਿਤ ਭਾਵੇਂ ਸੈਂਟਰ ਦਾ ਬਜਟ ਹੋਵੇ ਭਾਵੇਂ ਸਟੇਟ ਦਾ ਬਜਟ ਹੋਵੇ, ਉਹਨਾਂ ਨਾਲ ਸੰਬੰਧਿਤ ਇੰਪੋਰਟੈਂਟ ਟਰਮਸ ਪਹਿਲੇ ਲੈਕਚਰ 'ਚ ਕਰ ਲਈਆਂ ਸੀ। ਜਿਨ੍ਹਾਂ ਬੱਚਿਆਂ ਨੇ ਪਹਿਲਾ ਲੈਕਚਰ नहीं देखा, डिस्क्रिप्शन लिंक ਦੇ ਵਿੱਚ ਜਾ ਕੇ ਪਹਿਲੀ ਵੀਡੀਓ ਦੇਖ ਲਓ, ठीक है जी, ਜੇ ਤੁਸੀਂ ਕੰਪਰੀਹੈਂਸਿਵਲੀ ਕਵਰ ਕਰਨਾ ਚਾਹੁੰਦੇ ਹੋ। ਸੋ ਆਪਾਂ ਕੱਲ ਕੀ ਕੀਤਾ ਸੀ, ਲਾਸਟ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀਗਾ ਜੀ GDP ਕੀ ਹੁੰਦੀ ਹੈ, ਇਕਨੋਮਿਕ ਗਰੋਥ ਪੰਜਾਬ ਦੀ ਦੇਖੀ ਸੀ, ਇਕਨੋਮਿਕ ਸਰਵੇ 'ਚੋਂ ਜਿਹੜੇ ਹੈ ਮੈਂ ਕਲਿੱਪਸ ਲੈ ਕੇ ਆਇਆ ਸੀਗਾ, ਤੇ ਨਾਲ ਵੀ ਇੰਡੀਆ ਦੀ ਗਰੋਥ ਕਿਵੇਂ ਹੋ ਰਹੀ ਹੈ, ਪੰਜਾਬ ਦੀ ਗਰੋਥ ਕਿਵੇਂ ਹੋ ਰਹੀ ਹੈ, ਪੰਜਾਬ ਦਾ ਪੁਰਾਣਾ ਡਾਟਾ ਦੇਖਿਆ ਵੀ ਰੈਵਨਿਊ ਡੈਫੀਸਿਟ ਕੀ ਹੈ, ਫਿਸਕਲ ਡੈਫੀਸਿਟ ਕੀ ਹੈ, ਆਊਟਸਟੈਂਡਿੰਗ ਡੈਟ ਕੀ ਹੈ, ਵੀ ਕਿੰਨਾ ਆਧਾਰ ਪਿਆ। ਸੋ ਆਪਾਂ ਬਹੁਤ ਤਰੀਕੇ ਨਾਲ ਇਹਨੂੰ ਕਵਰ ਕਰ ਲਿਆ ਸੀ। ਰੈਵਨਿਊ ਬਜਟ ਕੀ ਹੁੰਦਾ ਹੈ, ਕੈਪੀਟਲ ਐਕਸਪੈਂਡੀਚਰ ਕੀ ਹੁੰਦਾ ਹੈ, ਇਹ ਸਭ ਕੁਝ ਆਪਾਂ ਕਵਰ ਕਰ ਲਿਆ ਸੀ। ਫਿਰ ਮੈਂ ਤੇ ਜ਼ਿਆਦਾ ਹੁਣ ਫੋਕਸ ਨਹੀਂ ਕਰੂੰਗਾ ਕਿਉਂਕਿ ਆਪਣਾ ਟਾਈਮ ਵੇਸਟੇਜ ਹੋ ਜਾਊਗਾ, ਠੀਕ ਹੈ ਜੀ। ਜਿਨ੍ਹਾਂ ਨੇ ਨਹੀਂ ਦੇਖਿਆ, ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ 'ਚ ਜਾ ਕੇ ਪਹਿਲੀ ਵੀਡੀਓ ਦੇਖ ਲਓ। ਅੱਜ ਜਿਹੜਾ ਆਪਾਂ ਕੰਮ ਕਰਨਾ ਹੈ, ਬੇਸਿਕਲੀ ਸਰਕਾਰ ਦੇ ਡਿਫਰੈਂਟ ਵਿਭਾਗਾਂ ਦੇ ਵਿੱਚ, ਡਿਪਾਰਟਮੈਂਟਸ ਵਿੱਚ ਪੰਜਾਬ ਦੇ ਬਜਟ ਦੇ ਵਿੱਚ ਕੀ ਇਹੋ ਜਿਹਾ ਪੇਸ਼ ਕੀਤਾ ਹਰਪਾਲ ਸਿੰਘ ਚੀਮਾ ਜੀ ਨੇ, ਆਪਾਂ ਉਹ ਚੀਜ਼ਾਂ ਦੇਖਣੀਆਂ ਨੇ। ਸੋ ਪਹਿਲਾਂ ਓਵਰਆਲ ਦੇਖੀਏ, ਆਪਾਂ ਪਬਲਿਕ ਫਾਈਨਾਂਸ ਦੀ ਗੱਲ ਕਰੀਏ। ਪੰਜਾਬ ਦਾ GDP ਯਾਨੀ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਪੰਜਾਬ ਦਾ 6,98,000 ਕਰੋੜ ਹੈ, ਠੀਕ ਹੈ ਜੀ। ਇਹ ਪੰਜਾਬ ਦਾ ਪੂਰਾ GDP ਹੈ। ਉਸ ਤੋਂ ਬਾਅਦ ਜੇ ਮੈਂ ਕੰਟਰੀਬਿਊਸ਼ਨ ਦੀ ਗੱਲ ਕਰਾਂ, ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਮੈਂ ਕੰਟਰੀਬਿਊਸ਼ਨ ਦੀ ਗੱਲ ਕਰਦਾ, ਸਭ ਤੋਂ ਜ਼ਿਆਦਾ ਜਿਹੜਾ ਕੰਟਰੀਬਿਊਸ਼ਨ ਹੈ ਸਰਵਿਸ ਸੈਕਟਰ ਦਾ ਰਿਹਾ ਹੈ, ਆਲਮੋਸਟ 46%। ਸੈਕਿੰਡ ਨੰਬਰ ਤੇ ਐਗਰੀਕਲਚਰ ਦਾ 28.9% ਤੇ ਇੰਡਸਟਰੀਜ਼ ਦਾ 25.15%। ਸੋ ਇਹ ਚੀਜ਼ ਨੂੰ ਤੁਸੀਂ ਯਾਦ ਰੱਖੋਗੇ, ਠੀਕ ਹੈ ਜੀ। ਪਰ ਕੈਪੀਟਲ ਇਨਕਮ ਕਿੰਨੀ ਰਹੀ ਹੈ ਜੀ ਆਪਣੀ? 1,73,000 ਕਰੋੜ, 1,73,000 ਰੁਪਏ, ਮਤਲਬ ਕਿ ਪਰ ਪਰਸਨ ਜਿਹੜਾ ਹੈ 1,73,000 ਰੁਪਏ ਸਾਲਾਨਾ ਕਮਾ ਲੈਂਦਾ ਹੈ, ਠੀਕ ਹੈ ਜੀ। ਜਿਹਦੇ ਵਿੱਚ ਗਰੋਥ ਦੇਖੀ ਗਈ ਹੈ 7.40%। ਉਸ ਤੋਂ ਇਲਾਵਾ ਇੱਕ ਟੈਕਸ ਇੰਟੈਲੀਜੈਂਸ ਯੂਨਿਟ ਹੈ ਜਿਹੜੀ ਉਹ ਇੱਕ ਬਣਾਈ ਗਈ ਹੈ, ਜਿਹੜੀ ਸਾਰੀ ਗੇਮ ਨੂੰ, ਟੈਕਸੇਸ਼ਨ ਦੀ ਗੇਮ ਨੂੰ ਦੁਬਾਰਾ ਦੇਖੋਗੀ ਪ੍ਰੋਪਰ, ਤੇ ਉਹਨਾਂ ਵਿੱਚ ਦੇਖੋਗੇ ਕੀ ਰਿਫਾਰਮਸ ਲੈ ਕੇ ਆਉਣੇ ਚਾਹੀਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਪੁਆਇੰਟ ਰਹਿ ਗਿਆ ਬੱਚਿਓ, ਕੰਸੋਲੀਡੇਟਡ ਸਿੰਕਿੰਗ ਫੰਡ। ਇਹ ਇੱਕ ਕੰਟੀਨਜੈਂਸੀ ਫੰਡ ਹੁੰਦਾ ਵੀ ਜੇ ਕੋਈ ਬੇਸਿਕਲੀ ਜੇ ਕੋਈ ਮਤਲਬ ਆਫਤ ਆ ਜਾਵੇ ਤਾਂ ਉਸ ਵੇਲੇ ਇੱਕ ਜਿਹੜਾ ਫੰਡ ਹੁੰਦਾ ਹੈ, ਉਹਦੇ ਵਿੱਚ 3,000 ਕਰੋੜ ਆਪ ਸਰਕਾਰ ਨੇ ਪਾਏ ਨੇ, ਜਦ ਕਿ ਪਿਛਲੇ 5 ਸਾਲਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਨੇ ਸਿਰਫ 2988 ਕਰੋੜ ਰੁਪਏ ਪਾਏ ਨੇ, ਇੱਕ ਸਾਲ ਦੇ ਵਿੱਚ ਹੀ ਪਾਤੇ। ਲੋ ਜੀ ਵੀਰਿਓ, ਇੱਕ ਤਰੀਕੇ ਦੀ ਜੇ ਤੁਸੀਂ ਕਹਿ ਲਓ ਵੀ ਇਹ ਐਡਵਾਂਸ ਹੁੰਦਾ ਇੱਕ, ਹੈ ਨਾ ਜੀ, ਇੱਕ ਐਡਵਾਂਸ ਆਪਾਂ ਪੈਸੇ ਇੱਕ ਸਾਈਡ ਤੇ ਰੱਖ ਦਿੰਦੇ ਹਾਂ ਤਾਂ ਕਿ ਕੱਲ ਨੂੰ ਕਿਸੇ ਵੀ ਚੀਜ਼ ਦੀ ਆਪਾਂ ਨੂੰ ਜਿਹੜੀ ਹੈ ਲੋੜ ਪੈ ਜਾਵੇ ਤਾਂ ਫਿਰ ਆਪਾਂ ਇਹਦੇ 'ਚੋਂ ਫੰਡ ਯੂਜ਼ ਕਰ ਸਕੀਏ। ਉਸ ਤੋਂ ਬਾਅਦ ਜੇ ਮੈਂ ਬਜਟ ਤੇ ਆ ਜਾਵਾਂ, ਟੋਟਲ ਬਜਟ ਐਕਸਪੈਂਡੀਚਰ ਆਪਣਾ 1,96,000 ਕਰੋੜ ਦਾ, 1,96,000 ਕਰੋੜ ਦਾ, ਠੀਕ ਹੈ ਜੀ। ਜਿਹਦੇ ਵਿੱਚ 26% ਗਰੋਥ ਦੇਖੀ ਗਈ ਹੈ ਪੁਰਾਣੇ ਬਜਟ ਨਾਲੋਂ 26% ਗਰੋਥ। ਇਫੈਕਟਿਵ ਰੈਵਨਿਊ ਡੈਫਿਸਿਟ ਤੇ ਫਿਸਕਲ ਡੈਫਿਸਿਟ ਦੀ ਕੀ ਰੱਖਿਆ ਗਿਆ ਜੀ? ਇਫੈਕਟਿਵ ਰੈਵਨਿਊ ਡੈਫਿਸਿਟ ਕਿਹਾ ਜੀ ਇਹਨਾਂ ਨੇ ਸਾਡਾ 3.32% ਰਹੂਗਾ ਤੇ ਫਿਸਕਲ ਡੈਫਿਸਿਟ 4.98%। ਮੈਂ ਫੇਰ ਦੁਬਾਰਾ ਆਪਣੀ ਗੱਲ ਰਿਪੀਟ ਕਰੂੰਗਾ, ਜਿਨ੍ਹਾਂ ਨੂੰ ਇਹ ਟਰਮਸ ਦੇ ਬਾਰੇ ਨਹੀਂ ਪਤਾ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ 'ਚ ਪਹਿਲੀ ਵੀਡੀਓ ਦੇਖ ਲਿਓ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦੇ ਜੀ ਅਸੀਂ 74,000 ਕਰੋੜ ਰੁਪਇਆ ਜਿਹੜਾ ਹੈ ਕਮਿਟਡ ਐਕਸਪੈਂਡੀਚਰ ਵਾਸਤੇ ਰੱਖ ਲਿਆ। ਕਮਿਟਡ ਐਕਸਪੈਂਡੀਚਰ ਕੀ ਹੈ? ਜਿਹੜੇ ਮਤਲਬ ਕਿ ਖਰਚੇ ਹੋਣਗੇ ਹੈ ਨਾ, ਉਹਦੇ ਵਿੱਚ ਸੈਲਰੀਸ ਆ ਗਈਆਂ, ਡੇ ਟੂ ਡੇ ਰਨਿੰਗ ਖਰਚੇ ਡਿਪਾਰਟਮੈਂਟਸ ਦੇ ਇਹਦੇ ਵਿੱਚ ਹੋਣਗੇ, ਉਹ ਅਸੀਂ ਕਮਿਟਡ ਖਰਚੇ ਰੱਖੇ ਹੋਏ ਨੇ। ਲੋ ਜੀ, ਇਹ ਵੀ ਹੋ ਗਿਆ ਆਪਣਾ। ਉਸ ਤੋਂ ਬਾਅਦ ਐਗਰੀਕਲਚਰ ਸੈਕਟਰ ਵਿੱਚ ਦੇਖੀਏ, ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਜ਼ਿਆਦਾ ਇਹਨਾਂ ਨੇ ਨਵੇਂ ਇਨੀਸ਼ੀਏਟਿਵਸ ਨਹੀਂ ਲੈ ਕੇ, ਬਸ ਇੱਕ ਗੱਲ ਕਹੀ ਇਹਨਾਂ ਨੇ ਕਿ ਅਸੀਂ ਨਵੀਂ ਇੱਕ ਐਗਰੀਕਲਚਰ ਪਾਲਿਸੀ ਜਿਹੜੀ ਹੈ ਬਣਾਵਾਂਗੇ, ਇੱਕ ਨਿਊ ਐਗਰੀਕਲਚਰ ਪਾਲਿਸੀ ਲੈ ਕੇ ਆਵਾਂਗੇ, ਜਿਹਦਾ ਏਮ ਕੀ ਹੋਊਗਾ? ਇਹਦਾ ਏਮ ਹੋਊਗਾ ਕਿ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨੂੰ ਅਸੀਂ ਕੀ ਕਰੀਏ, ਕੰਜ਼ਰਵ ਕਰੀਏ ਤੇ ਫਾਰਮਰ ਦੀ ਇਨਕਮ ਨੂੰ ਜਿਹੜਾ ਹੈ ਵਧਾਈਏ। ਸੋ ਬੇਸਿਕਲੀ ਇੱਕ ਨਵੀਂ ਐਗਰੀਕਲਚਰ ਪਾਲਿਸੀ ਹੈ ਜਿਹੜੀ ਇੰਟਰੋਡਿਊਸ ਕਰੀ ਜਾਊਗੀ, ਉਹਦੇ ਉੱਤੇ ਕੰਮ ਚੱਲ ਰਿਹਾ, ਬਹੁਤ ਜਲਦੀ ਜਿਹੜੀ ਹੈ ਆ ਜਾਊਗੀ, ਉਹਦੇ ਪਰ ਡਿਟੇਲਸ ਫਿਰ ਆਪਾਂ ਡਿਸਕਸ ਕਰ ਲੂੰਗਾ। ਉਸ ਤੋਂ ਇਲਾਵਾ ਇੱਕ ਆਹ ਚੀਜ਼ ਬੜੀ ਇੰਪੋਰਟੈਂਟ ਹੈ, ਸਰਕਾਰ ਕਿਸਾਨ ਮਿਲਣੀ। ਬੇਸਿਕਲੀ ਸਰਕਾਰ ਤੇ ਕਿਸਾਨਾਂ ਦੀ ਇੱਕ ਮਿਲਣੀ ਹੈ, ਜਿਹਦੇ ਵਿੱਚ ਬਹੁਤ ਪਹਿਲਾਂ, ਵੈਸੇ ਤਾਂ ਪਹਿਲਾਂ ਹੀ ਇਹ ਆ ਗਈ ਸੀ ਤੇ ਇਹਨੂੰ ਬਹੁਤ ਤਕੜਾ ਰਿਸਪੌਂਡ ਮਿਲਿਆ ਸੀ, ਹੈ ਨਾ, ਜਿਹਦੇ ਵਿੱਚ ਸਾਰੇ ਮੁੱਦਿਆਂ ਨੂੰ, ਸਾਰੇ ਇਸ਼ੂਜ਼ ਨੂੰ ਐਡਰੈਸ ਕੀਤਾ ਜਾਂਦਾ ਸੀ। ਸਰਕਾਰ ਤੇ ਕਿਸਾਨਾਂ ਦੀ ਮਿਲਣੀ ਹੁੰਦੀ ਸੀ। ਉਹ ਕਹਿੰਦੇ ਸਾਨੂੰ ਇਹ ਜਿਹੜਾ ਪੁਰਾਣਾ ਅਸੀਂ ਜਿਹੜਾ ਯੂਜ਼ ਕੀਤਾ, ਇਹ ਜਿਹੜਾ ਪੁਰਾਣਾ ਇਹ ਜਿਹੜਾ ਇੱਕ ਇਨੀਸ਼ੀਏਟਿਵ ਚਲਾਇਆ ਸੀ, ਉਹਦਾ ਰਿਸਪੌਂਸ ਸਾਨੂੰ ਬਹੁਤ ਮਿਲਿਆ ਤੇ ਅਸੀਂ ਗਾਂ ਵੀ ਫਿਊਚਰ ਦੇ ਵਿੱਚ ਵੀ ਇਹ ਜਿਹੜੀਆਂ ਕਿਸਾਨ ਤੇ ਸਰਕਾਰ ਦੀਆਂ ਮਿਲਣੀਆਂ ਨੇ, ਇਹ ਜਿਹੀਆਂ ਜਿਹੜੀ ਅਸੀਂ ਕਰਾਂਗੇ। ਸੋ ਬੇਸਿਕਲੀ ਆਹ ਗੱਲ ਕਹੀ ਗਈ ਹੈ, ਟੂ ਸੋਲਵ ਦਾ ਫਾਰਮਰ ਪ੍ਰੋਬਲਮ, ਠੀਕ ਹੈ ਜੀ। 1 ਲੱਖ ਕੁਆਂਟਲ ਕੁਆਲਿਟੀ ਸੀਡ ਜਿਹੜੇ ਪ੍ਰੋਕਿਓਰ ਕੀਤੇ ਜਾਣਗੇ,
1 ਲੱਖ ਕੁਆਂਟਲ ਕੁਆਲਿਟੀ ਸੀਡਸ ਜਿਹੜੇ ਪ੍ਰੋਕਿਓਰ ਕੀਤੇ ਜਾਣਗੇ ਬਾਈ ਦਾ ਪੰਜ ਸੀਡ, ਠੀਕ ਹੈ ਜੀ, ਜਿਹਦੇ ਨਾਲ 50,000 ਫਾਰਮਰਸ ਨੂੰ ਸਬਸਿਡਾਈਜ਼ ਸੀਡਸ ਮਿਲਣਗੇ। ਬੀਜ ਜਿਹੜੇ ਨੇ ਸਬਸਿਡਾਈਜ਼ਡ ਫਾਰਮ ਦੇ ਵਿੱਚ ਮਿਲਣਗੇ, ਮਹਿੰਗੇ ਨਹੀਂ ਮਿਲਣਗੇ। ਮਤਲਬ ਬੇਸਿਕਲੀ ਸੀਡ ਜਿਵੇਂ ਤੁਸੀਂ ਕਹਿ ਲਓ ਵੀ 10 ਰੁਪਏ ਦਾ ਤਾਂ ਉਹਦੇ ਵਿੱਚੋਂ 4% ਦੀ ਸਬਸਿਡੀ ਸਰਕਾਰ ਦੇ ਦਊਗੀ, ਹੈ ਨਾ ਜੀ, 4 ਰੁਪਏ ਦੀ, ਮਤਲਬ ਕਿ 6 ਰੁਪਏ ਦਾ ਪੈ ਗਿਆ ਉਹਨੂੰ। ਸੋ ਬੇਸਿਕਲੀ ਇਹ ਗੱਲ ਯਾਦ ਰੱਖਣੀ ਹੈ। ਉਸ ਤੋਂ ਬਾਅਦ ਕਹਿੰਦੇ ਜੀ ਮੇਜਰ ਪੁਸ਼ ਕਰਾਂਗੇ ਡਾਇਵਰਸੀਫਿਕੇਸ਼ਨ ਨੂੰ, ਤਾਂ ਕਿ ਜਿਹੜਾ ਆਪਾਂ ਹੁਣ ਸਿਸਟਮ ਚੱਲ ਰਿਹਾ ਵੀ ਜਿਹੜਾ ਸਾਈਕਲ ਚੱਲਦਾ ਆਪਣਾ ਵੀਟ ਲਾ ਲਈ, ਰਾਈਸ ਲਾ ਲਿਆ, ਕਹਿੰਦੇ ਜੀ ਡਾਇਵਰਸੀਫਿਕੇਸ਼ਨ ਕਰੋ ਚੀਜ਼ਾਂ ਦੀ, ਕ੍ਰੌਪਸ ਜਿਹੜੀਆਂ ਹੈ ਅਸੀਂ ਵੱਧੋ ਵੱਧ ਜਿਹੜੇ ਹੈ ਹੋਰ ਕ੍ਰੌਪਸ ਨੂੰ ਉਗਾਈਏ। ਓਕੇ ਜੀ, ਇਹ ਗੱਲ ਯਾਦ ਰੱਖੋਗੇ ਆਪਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਗੱਲ ਕਰਾਂ ਫਿਸ਼ਰੀਜ਼ ਡਿਪਾਰਟਮੈਂਟ ਦੀ। ਫਿਸ਼ਰੀਜ਼ ਡਿਪਾਰਟਮੈਂਟ ਦੇ ਵਿੱਚ ਆਲਰੇਡੀ ਸ਼ਰਿੰਪ ਪ੍ਰੋਡਕਸ਼ਨ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਆਪਾਂ ਗਰੋਥ ਕਰ ਰਹੇ ਹਾਂ। 1212 ਏਕੜ ਦੇ ਵਿੱਚ ਸ਼ਰਿੰਪ ਪ੍ਰੋਡਕਸ਼ਨ ਹੁੰਦੀ ਹੈ। ਐਤਕੀ ਸਰਕਾਰ ਨੇ ਕਿਹਾ ਵੀ ਅਗਲੇ 5 ਸਾਲਾਂ ਦੇ ਵਿੱਚ ਅਸੀਂ ਇਹ ਕਲਟੀਵੇਸ਼ਨ 5000 ਏਕੜ 'ਚ ਕਰ ਦਾਂਗੇ। 5000 ਏਕਰਸ ਦੇ ਵਿੱਚ ਸ਼ਰਿੰਪ ਕਲਟੀਵੇਸ਼ਨ ਕਰ ਦਾਂਗੇ ਜੀ, ਠੀਕ ਹੈ ਜੀ। ਸ਼ਰਿੰਪ ਕਲਟੀਵੇਸ਼ਨ ਨੈਟ ਤੇ ਸਰਚ ਮਾਰ ਲਓ ਸ਼ਰਿੰਪ ਕੀ ਹੁੰਦਾ ਜਿਹਨਾਂ ਨੂੰ ਨਹੀਂ ਪਤਾ। ਆਲਰਾਈਟ, ਚਲੋ ਜੀ। ਉਸ ਤੋਂ ਬਾਅਦ ਕਹਿੰਦੇ ਇੱਕ ਮਿਨੀ ਫਿਸ਼ ਫੀਡ ਮਿਲ 2 ਟਨ ਕਪੈਸਿਟੀ ਦੀ ਇਸਟੈਬਲਿਸ਼ ਕੀਤੀ ਜਾਊਗੀ। ਮਿਨੀ ਫਿਸ਼ ਫੀਡ ਮਿਲ, ਫਿਸ਼ਿਸ ਹੁੰਦੀਆਂ ਨੇ ਹੈ ਨਾ, ਉਹ ਖਾਂਦੀਆਂ ਨੇ ਕੁਛ, ਉਹਦੀ ਜਿਹੜੀ ਫੀਡ ਹੁੰਦੀ ਆ ਉਹ ਬਣਾਵਾਂਗੇ ਜੀ, ਉਹਦੀ ਇੱਕ ਮਿਲ ਬਣਾਉਣੀ ਹੈ ਜੀ ਅਸੀਂ, ਠੀਕ ਹੈ ਜੀ, ਜਲੰਧਰ ਦੇ ਵਿੱਚ ਬਣਾਉਣੀ ਹੈ ਵਿਦ ਗਵਰਨਮੈਂਟ ਸਬਸਿਡੀ। ਇਹ ਗੱਲ ਯਾਦ ਰੱਖੋਗੇ ਤੁਸੀਂ, ਕਿਉਂਕਿ ਇਦਾਂ ਦੇ ਕੁਐਸਚਨ ਸਿੱਧੇ ਡਾਇਰੈਕਟ ਆ ਜਾਂਦੇ ਨੇ ਵੀ ਜਿਹੜੀ ਨਵੀਂ ਫਿਸ਼ ਫੀਡ ਮਿਲ ਬਣਾਉਣ ਦੇ ਬਾਰੇ ਜ਼ਿਕਰ ਹੋ ਰਿਹਾ ਵੀ ਕਿੱਥੇ ਹੋਈ ਹੈ, ਯਾਦ ਰੱਖਿਓ ਜਲੰਧਰ 'ਚ ਹੋਈ ਹੈ, ਠੀਕ ਹੈ ਜੀ। ਉਸ ਤੋਂ ਇਲਾਵਾ ਕਹਿੰਦੇ ਇੱਕ ਆਈਸ ਪਲਾਂਟ ਵੀ ਬਣਾਉਣਾ 30 ਟਨ ਕਪੈਸਿਟੀ ਦਾ, ਜਿਹਦੇ ਵਿੱਚ ਫਿਸ਼, ਸ਼ਰਿੰਪ ਤੇ ਉਹਦੇ ਪ੍ਰੋਡਕਟਸ ਨੂੰ ਕੀ ਕੀਤਾ ਜਾਊਗਾ, ਪ੍ਰੀਜ਼ਰਵ ਕੀਤਾ ਜਾਊਗਾ, ਪ੍ਰੀਜ਼ਰਵ ਕਰਨ ਵਾਸਤੇ, ਠੀਕ ਹੈ, ਤਾਂ ਕਿ ਸ਼ੈਲਫ ਲਾਈਫ ਇਨਕਰੀਜ਼ ਕੀਤੀ ਜਾ ਸਕੇ ਪ੍ਰੋਡਕਟਸ ਦੀ ਤੇ ਆਪਾਂ ਵੇਚ ਸਕੀਏ ਅੱਗੇ ਜਾ ਕੇ, ਠੀਕ ਹੈ, ਭਾਵੇਂ ਐਕਸਪੋਰਟ ਵੀ ਕਰੀਏ। ਸੋ ਉਸ ਚੀਜ਼ ਲਈ ਆਪਾਂ ਨੂੰ ਆਈਸ ਪਲਾਂਟ ਜਿਹੜਾ ਹੈ ਉਹ ਬਣਾਉਣਾ ਹੈ। ਲੋ ਜੀ। ਉਸ ਤੋਂ ਬਾਅਦ ਮੈਂ ਗੱਲ ਕਰਾਂ ਐਨੀਮਲ ਹਸਬੈਂਡਰੀ ਦੀ। ਐਨੀਮਲ ਹਸਬੈਂਡਰੀ ਦੇ ਵਿੱਚ ਦੇਖਾਂ ਪਿਛਲੇ ਸਾਲ ਨਾਲੋਂ 9% ਜਿਹੜਾ ਜ਼ਿਆਦਾ ਐਲੋਕੇਟ ਕੀਤਾ ਗਿਆ ਪੈਸਾ। ਉਸ ਤੋਂ ਇਲਾਵਾ 25 ਲੱਖ ਡੋਜ਼ਿਸ ਗੋਟ ਪੌਕਸ ਵੈਕਸੀਨ, 25 ਲੱਖ ਡੋਸਿਸ ਜਿਹੜੀਆਂ ਨੇ ਕਹਿੰਦੇ ਅਸੀਂ ਪ੍ਰੋਕਿਓਰ ਕਰਾਂਗੇ ਤੇ ਅਪਰੋਕਸੀਮੇਟਲੀ 7.45 ਲੱਖ ਮੱਝਾਂ ਯਾਨੀ ਕਿ ਕੈਟਲਸ ਨੂੰ ਆਲਰੇਡੀ ਵੈਕਸੀਨੇਟ ਕਰ ਦਿੱਤਾ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦੇ ਆ ਜੀ ਅਸੀਂ ਇੱਕ ਮੋਬਾਈਲ ਵੈਟਰਨਰੀ ਯੂਨਿਟ ਵੀ ਬਣਾਉਣੀ ਹੈ, ਵੀ ਮੋਬਾਈਲ ਵੈਟਰਨਰੀ ਯੂਨਿਟ ਨਹੀਂ ਯੂਨਿਟਸ ਵੀ ਜ਼ਿਆਦਾ ਇਹ ਜਿਹੀਆਂ ਮੋਬਾਈਲ ਵੈਟਰਨਰੀ ਯੂਨਿਟਸ ਬਣਾਉਣੀਆਂ ਨੇ ਜਿਹੜੀਆਂ ਕਿ ਮੂਵਿੰਗ ਹੋਣਗੀਆਂ, ਪਿੰਡਾਂ 'ਚ ਜਾਣਗੀਆਂ ਤੇ ਡਾਇਗਨੋਸ ਕਰਨਗੀਆਂ, ਟਰੀਟ ਕਰਨਗੀਆਂ ਤੇ ਮਾਈਨਰ ਸਰਜਰੀਜ਼ ਜਿਹੜੀਆਂ ਨੇ ਪਰਫਾਰਮ ਕਰਨਗੀਆਂ ਐਟ ਦਾ ਫਾਰਮਰਸ ਡੋਰ ਸਟੈਪ। ਕਿਸਾਨ ਦੇ ਘਰੇ ਜਾ ਕੇ ਜਿਹੜੀ ਹੈ ਇਹ ਜਿਹੜੀ ਸਰਵਿਸ ਦਿੱਤੀ ਜਾਊਗੀ। ਇਸ ਲਈ ਮੋਬਾਈਲ ਵੈਟਰਨਰੀ ਯੂਨਿਟਸ ਜਿਹੜੀਆਂ ਐਸਟੈਬਲਿਸ਼ ਕੀਤੀਆਂ ਜਾਣਗੀਆਂ। ਲੋ ਜੀ। ਉਸ ਤੋਂ ਬਾਅਦ ਕੋਆਪਰੇਸ਼ਨ ਸੈਕਟਰ ਦੇ ਵਿੱਚ ਦੇਖਿਆ ਜਾਵੇ, ਬੇਸਿਕਲੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਿਹਦੇ ਉੱਤੇ ਬਹੁਤ ਹੀ ਜ਼ਿਆਦਾ ਕਰਜ਼ਾ ਚੜਿਆ ਹੋਇਆ ਸੀ ਨਾਬਾਰਡ ਦਾ। ਸੋ 885 ਕਰੋੜ ਰੁਪਈਆ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੂੰ ਦਿੱਤਾ ਤਾਂ ਕਿ ਨਾਬਾਰਡ ਦਾ ਜਿਹੜਾ ਲੋਨ ਹੈ ਉਹਨੂੰ ਜਿਹੜਾ ਲਾਇਆ ਜਾ ਸਕੇ। ਉਸ ਤੋਂ ਬਾਅਦ 135 ਕਰੋੜ ਕੈਪੀਟਲ ਇਨਫਿਊਜ਼ਨ ਕੀਤੀ ਹੈ, ਪੈਸਾ ਦਿੱਤਾ ਕਿਹਨੂੰ, ਡਿਸਟ੍ਰਿਕਟ ਕੋਆਪਰੇਟਿਵ ਬੈਂਕਸ ਨੂੰ, ਤਾਂ ਕਿ ਫਾਰਮਰਸ ਨੂੰ ਜਿਹੜਾ ਹੈ ਲੋ ਇੰਟਰਸਟ ਜਿਹੜਾ ਆਪਾਂ ਦੇ ਸਕੀਏ ਪੈਸਾ। ਲੋ ਜੀ। ਫਾਈਨੈਂਸ਼ੀਅਲ ਅਸਿਸਟੈਂਸ ਮਿਲਕਫੈਡ ਨੂੰ ਦਿੱਤੀ ਆ। ਉਸ ਤੋਂ ਬਾਅਦ ਸਰਕਾਰ ਨੇ ਇਹ ਕਿਹਾ ਵੀ ਅਸੀਂ ਸਟੇਟ ਐਡਵਾਈਜ਼ਡ ਪ੍ਰਾਈਸ ਸੈਪ, ਸਟੇਟ ਐਡਵਾਈਜ਼ਡ ਪ੍ਰਾਈਸ ਜਿਹੜਾ ਹੈ ਅਸੀਂ 380 ਰੁਪਏ ਪਰ ਕੁਆਂਟਲ ਦੇ ਰਹੇ ਹਾਂ ਜੀ। 380 ਰੁਪਏ ਪਰ ਕੁਆਂਟਲ ਸ਼ੂਗਰ ਕੇਨ ਤੇ ਮਿਲਦਾ ਹੁੰਦਾ ਹੈ, ਜਦ ਕਿ ਫੇਅਰ ਐਂਡ ਰੈਮੂਨਰੇਟਿਵ ਪ੍ਰਾਈਸ ਜਿਹੜੀ ਸਰਕਾਰ ਦਿੰਦੀ ਹੁੰਦੀ ਹੈ, ਇੰਡੀਆ ਦੀ ਸਰਕਾਰ, ਸੈਂਟਰੀ ਸਰਕਾਰ ਦਿੰਦੀ ਹੁੰਦੀ ਹੈ, ਕਹਿੰਦਾ ਜੀ ਉਹ ਸਿਰਫ 305 ਰੁਪਏ ਹੈ। ਫੇਅਰ ਐਂਡ ਰੈਮੂਨੇਟਿਵ ਪ੍ਰਾਈਸ ਜਿਹੜਾ ਸ਼ੂਗਰ ਕੇਨ ਤੇ ਮਿਲਦਾ ਹੁੰਦਾ ਤੇ 305 ਰੁਪਏ ਸਰਕਾਰ ਦੇ ਰਹੀ ਹੈ, ਗਵਰਨਮੈਂਟ ਆਫ ਇੰਡੀਆ। ਇਹਦੇ ਉੱਪਰ ਦੀ ਸਟੇਟ ਦੀਆਂ ਸਰਕਾਰਾਂ ਇੱਕ ਜਿਹੜਾ ਹੈ ਇਹਦੇ ਉੱਪਰ ਦੀ ਪੈਸਾ ਦਿੰਦੀਆਂ ਹੁੰਦੀਆਂ ਸਰਕਾਰ ਉਹ ਆਪਣੇ ਫਾਰਮਰਸ ਨੂੰ, ਦੈਟ ਇਜ਼ ਸਟੇਟ ਐਡਵਾਈਜ਼ਡ ਪ੍ਰਾਈਸ। ਉਹ ਕਹਿੰਦੇ ਜੀ ਇਸ ਬਜਟ ਦੇ ਵਿੱਚ ਦੱਸਿਆ ਗਿਆ, ਜੇ ਕਹਿੰਦੇ ਤੁਸੀਂ ਹਰਿਆਣੇ ਦੀ ਗੱਲ ਕਰ ਲਓ, ਹਰਿਆਣਾ 372 ਦੇ ਰਿਹਾ, ਯੂਪੀ 350 ਦੇ ਰਿਹਾ, ਐਸੀ ਕਹਿੰਦੇ ਸਭ ਤੋਂ ਜ਼ਿਆਦਾ ਦੇ ਰਹੇ ਹਨ 380 ਰੁਪਏ। ਇਹ ਗੱਲ ਯਾਦ ਰੱਖੋਗੇ ਤੁਸੀਂ, ਠੀਕ ਹੈ ਜੀ। ਲੋ ਜੀ। ਇਹ ਵੀ ਗੱਲ ਹੋ ਗਈ। ਉਸ ਤੋਂ ਬਾਅਦ ਫੂਡ, ਸਿਵਲ ਸਪਲਾਈਜ਼ ਤੇ ਕੰਜ਼ਿਊਮਰ ਅਫੇਅਰਸ ਡਿਪਾਰਟਮੈਂਟ ਦੇ ਵਿੱਚ ਕੀ ਸਰਕਾਰ ਨੇ ਦਿੱਤਾ, ਗਵਰਨਮੈਂਟ ਨੇ 182.11 ਲੱਖ ਮੈਟ੍ਰਿਕ ਟਨ ਆਫ ਪੈਡੀ ਯਾਨੀ ਕਿ ਚੌਲ ਕਹ ਲਓ ਠੇਠ ਪੰਜਾਬੀ ਚ, ਹੈ ਨਾ। ਸੋ 182.11 ਲੱਖ ਮੀਟ੍ਰਿਕ ਟਨ ਆਫ ਪੈਡੀ ਪ੍ਰੋਕਿਓਰ ਕਰਾਂਗੇ ਤੇ ਸਿੱਧਾ 8 ਲੱਖ ਫਾਰਮਰਸ ਨੂੰ ਅਸੀਂ ਸਿੱਧਾ ਟਰਾਂਸਪੇਰੈਂਟਲੀ ਪੈਸਾ ਜਿਹੜੇ ਹੈ ਉਹਨਾਂ ਦੇ ਅਕਾਊਂਟ ਬੈਂਕ 'ਚ ਜਮ੍ਹਾਂ ਕਰਾਂਗੇ, ਠੀਕ ਹੈ ਜੀ। ਪ੍ਰੋਕਿਓਰਮੈਂਟ ਕੀਤੀ ਜਾਊਗੀ MSP ਤੇ। ਲੋ ਜੀ। ਤੇ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ 4.61
ਮੀਟ੍ਰਿਕ ਟਨ ਆਫ ਵੀਟ ਯਾਨੀ ਕਿ ਕਣਕ 101.48 ਕਰੋੜ ਬੈਨੀਫੀਸ਼ੀਅਰੀਜ਼ ਨੂੰ ਦੇਵਾਂਗੇ ਜੀ। ਠੀਕ ਹੈ ਜੀ, ਸਸਤੀ ਕਣਕ 1.48 ਕਰੋੜ ਬੈਨੀਫੀਸ਼ੀਅਰੀਜ਼ ਨੂੰ ਅਸੀਂ ਦੇਵਾਂਗੇ ਤਾਂ ਉਹਨਾਂ ਨੂੰ ਹੀ ਜਿਹੜੇ ਐਲੀਜੀਬਲ ਹੋਣਗੇ। ਇਸ ਗੱਲ ਤੇ ਵੀ ਬੜੀ ਜਿਹੜਾ ਜ਼ੋਰ ਦਿੱਤਾ ਗਿਆ ਬਾਈ ਦਾ ਪ੍ਰੋਸੈਸ ਆਫ ਆਇਡੈਂਟੀਫਾਈਂਗ ਐਲੀਜੀਬਲ ਬੈਨੀਫੀਸ਼ੀਅਰੀਜ਼, ਤਾਂ ਕਿ ਜਿਨ੍ਹਾਂ ਨੂੰ ਲੋੜ ਨਹੀਂ ਹੈਗੀ, ਜਿਹੜੇ ਵੈਲ ਟੂ ਡੂ ਫੈਮਿਲੀਜ਼ ਨੇ, ਉਹਨਾਂ ਕੋਲੇ ਨਾ ਜਾਵੇ। ਠੀਕ ਹੈ ਜੀ, ਲੀਕੇजेस ਬਹੁਤ ਹੁੰਦੀਆਂ ਨੇ। ਉਸ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਅਸੀਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਵੀ ਲਾਂਚ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਪੈਂਡਿੰਗ ਕੇਸਿਸ ਜਿਨ੍ਹਾਂ ਦੇ ਡਿਫਾਲਟਰ ਰਾਈਸ ਮਿਲਰਸ ਨੇ, ਉਹਨਾਂ ਦਾ ਜਿਹੜਾ ਸੈਟਲਮੈਂਟ ਕਰ ਸਕੀਏ, ਵਨ ਟਾਈਮ ਸੈਟਲਮੈਂਟ। ਠੀਕ ਹੈ ਜੀ, ਲੋ ਜੀ। ਉਸ ਤੋਂ ਬਾਅਦ ਠੀਕ ਹੈ, ਹਾਂ, ਆਹ ਬੜਾ ਇੰਪੋਰਟੈਂਟ ਪੁਆਇੰਟ ਹੈ। ਸਰਕਾਰ ਨੇ ਪਲਾਨ ਕੀਤਾ ਵੀ ਅਸੀਂ ਆਨਲਾਈਨ ਲਿੰਕਿੰਗ ਕਰਾਂਗੇ ਮੰਡੀਆਂ ਦੀ, ਕਿਹਦੇ ਨਾਲ? ਰਾਈਸ ਮਿਲਸ ਨਾਲ, ਫਰੋਮ ਦਾ ਨੈਕਸਟ ਖਾਰਿਫ ਮਾਰਕੀਟਿੰਗ ਸੀਜ਼ਨ। ਇਹ ਵੀ ਗੱਲ ਯਾਦ ਰੱਖ ਲਿਓ। ਠੀਕ ਹੈ ਜੀ, ਇਹ ਵੀ ਹੋ ਗਿਆ ਆਪਣਾ। ਫਿਰ ਆਪਾਂ ਦੇਖੀਏ ਜੰਗਲਾਤ ਮਹਿਕਮੇ 'ਚ ਕੀ ਆਇਆ ਜੀ। ਫੋਰੈਸਟ ਐਂਡ ਵਾਈਲਡ ਲਾਈਫ ਸੈਕਟਰ ਦੇ ਵਿੱਚ ਦੇਖਾਂ, ਆਪਣੀ ਇੱਕ ਸਕੀਮ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਵਿੱਚ ਕਹਿੰਦੇ ਸੀ ਇਸ ਸਾਲ 54 ਲੱਖ ਸੈਪਲਿੰਗਸ ਪਲਾਂਟ ਕਰਾਂਗੇ। 54 ਲੱਖ ਸੈਪਲਿੰਗਸ ਨੂੰ ਪਲਾਂਟ ਕੀਤਾ ਜਾਊਗਾ, ਜਿਹੜਾ ਕਿ ਟਾਰਗੇਟ ਹੋਊਗਾ 1 ਕਰੋੜ ਸੈਪਲਿੰਗਸ ਨੂੰ ਪਲਾਂਟ ਕਰਨ ਦਾ। ਠੀਕ ਹੈ ਜੀ, ਇਸ ਸਾਲ ਕੀਤਾ ਜਾਊਗਾ। ਅਗਲੇ ਅਪਕਮਿੰਗ ਫਾਈਨੈਂਸ਼ੀਅਲ ਈਅਰ ਤੱਕ ਆਪਾਂ ਟੋਟਲ ਟਾਰਗੇਟ ਜਿਹੜਾ 1 ਕਰੋੜ ਸੈਪਲਿੰਗ ਲਾਉਣ ਦਾ ਸੀ ਉਹ ਕੰਪਲੀਟ ਕਰ ਦਾਂਗੇ ਜੀ ਇਸ ਸਾਲ 54 ਲੱਖ ਲਾ ਕੇ। ਲੋ ਜੀ, ਆਪਣਾ ਗ੍ਰੀਨ ਮਿਸ਼ਨ ਪੰਜਾਬ ਵੀ ਹੈ, ਜਿਹਦੇ ਵਿੱਚ ਐਤਕੀ ਇਹਨਾਂ ਨੇ 31 ਕਰੋੜ ਰੁਪਇਆ ਪਾਇਆ ਤੇ ਕਿਹਾ 151 ਨਾਨਕ ਬਗੀਚੀਸ, 68 ਪਵਿੱਤਰ ਬਨ ਡਿਵੈਲਪ ਕੀਤੇ ਜਾਣਗੇ ਤੇ ਇਕੁਅਲ ਨੰਬਰ ਵੁੱਡ ਵੀ ਐਕਸਪੈਂਡਡ ਇਨ ਦ ਨੈਕਸਟ ਫਾਈਨੈਂਸ਼ੀਅਲ ਈਅਰ। ਨੈਕਸਟ ਈਅਰ ਦੇ ਵਿੱਚ ਇੰਨੇ ਹੀ ਫੇਰ ਦੁਬਾਰੇ ਕੀਤੇ ਜਾਣਗੇ। ਸੋ ਇਸ ਤੋਂ ਇਲਾਵਾ ਜਿਹੜੀ ਆਪਣੀ ਆਨਗੋਇੰਗ ਸਕੀਮਸ ਨੇ, ਪਨਕਾਪਾ, ਵਾਈਲਡ ਲਾਈਫ ਐਂਡ ਜ਼ੂ ਡਿਵੈਲਪਮੈਂਟ, ਗ੍ਰੀਨ ਪੰਜਾਬ ਮਿਸ਼ਨ, ਇਹਦੇ ਵਿੱਚ ਪੈਸਾ ਐਲੋਕੇਟ ਕੀਤਾ ਗਿਆ। ਇਹਨਾਂ ਦੀ ਡੀਟੇਲਸ ਮੈਂ ਤੁਹਾਡੇ ਨਾਲ ਅਲੱਗ ਵੀਡੀਓ 'ਚ ਸ਼ੇਅਰ ਕਰੂੰਗਾ। ਉਸ ਤੋਂ ਬਾਅਦ ਅੱਗੇ ਚੱਲੀਏ ਮਾਈਨਿੰਗ ਸੈਕਟਰ ਦੇ ਵਿੱਚ। ਮਾਈਨਿੰਗ ਦਾ ਬਹੁਤ ਹੀ ਗਰਮ ਮੁੱਦਾ ਹੈ, ਬਹੁਤ ਹੀ ਗਰਮ ਮੁੱਦਾ ਰੇਤਾ, ਕਿਉਂਕਿ ਬਹੁਤ ਮਹਿੰਗਾ ਹੋਇਆ ਪਿਆ। ਠੀਕ ਹੈ ਜੀ, ਰੇਤਾ ਮਹਿੰਗਾ ਹੋਇਆ ਪਿਆ। ਸਰਕਾਰ ਕਹਿੰਦੇ ਸੀ 33 ਪਬਲਿਕ ਮਾਈਨਿੰਗ ਸਾਈਟਸ, ਸਰਕਾਰ ਦੀਆਂ ਸਰਕਾਰੀ ਪਬਲਿਕ ਮਾਈਨਸ ਜਿਹੜੀਆਂ ਨੇ, ਜਿਹਦੇ ਵਿੱਚ ਰੇਤਾ ਜਿਹੜਾ ਹੈ ਦਿੱਤਾ ਜਾਊਗਾ ਜਨਰਲ ਪਬਲਿਕ ਨੂੰ। ਅਸੀਂ 33 ਪਬਲਿਕ ਮਾਈਨਸ ਜਿਹੜੀਆਂ ਨੇ ਆਪਰੇਸ਼ਨਲਾਈਜ਼ ਕਰ ਰਹੇ ਹਾਂ। ਠੀਕ ਹੈ ਜੀ, ਤੇ ਹੋਰ ਕਿਹਾ ਗਿਆ 117 ਪਬਲਿਕ ਹੋਰ ਮਾਈਨਸ, ਹੋਰ ਪਬਲਿਕ ਮਾਈਨ ਜਿਹੜੀਆਂ ਆਪਰੇਸ਼ਨਲਾਈਜ਼ ਕੀਤੇ ਜਾਣਗੇ ਸੂਨ, ਤਾਂ ਕਿ ਜਨਰਲ ਪਬਲਿਕ ਨੂੰ ਰੇਤਾ ਮਿਲ ਸਕੇ ਸਸਤਾ। ਤੇ ਪਹਿਲਾ ਜਿਹੜਾ 9 ਰੁਪਏ ਪਰ ਕਿਊਬਿਕ ਫੀਟ ਸੀ, ਉਹ ਰੇਟ ਸਿੱਧਾ ਅਸੀਂ 5.5 ਰੁਪਏ ਪਰ ਕਿਊਬਿਕ ਫੀਟ ਕਰ ਦਾਂਗੇ, ਤਾਂ ਕਿ ਸੈਂਡ ਤੇ ਬਜਰੀ ਜਿਹੜੇ ਅਫੋਰਡੇਬਲ ਪ੍ਰਾਈਸਿਸ ਤੇ ਪਬਲਿਕ ਨੂੰ ਮਿਲ ਸਕੇ। ਠੀਕ ਹੈ ਜੀ, ਉਸ ਤੋਂ ਬਾਅਦ ਕਹਿੰਦੇ ਜੀ ਜਿਹੜੇ ਵੀ ਵਹੀਕਲਸ ਇਹ ਮਾਈਨਰ ਮਿਨਰਲਸ ਐਂਡ ਮਸ਼ੀਨਰੀ ਇਹਦੇ ਵਿੱਚ ਇਨਵੋਲਵ ਹੋਗੀ, ਸਾਰੇ ਵਹੀਕਲਸ ਉਹ ਸਾਰੇ ਰਜਿਸਟਰਡ ਹੋਣਗੇ। ਵਿਦਆਊਟ ਰਜਿਸਟ੍ਰੇਸ਼ਨ ਉਹ ਜਿਹੜੀ ਇਹਦਾ ਟਰਾਂਸਪੋਰਟ ਨਹੀਂ ਕਰ ਸਕਦੇ। ਠੀਕ ਹੈ ਜੀ, ਇਹ ਗੱਲ ਯਾਦ ਰੱਖਿਓ। ਤੇ ਕਹਿੰਦੇ ਇੰਟਰਸਟੇਟ ਅਸੀਂ 27 ਇੰਟਰਸਟੇਟ ਚੈੱਕ ਪੋਸਟਸ ਜਿਹੜੀਆਂ ਨੇ ਐਸਟੈਬਲਿਸ਼ ਕਰ ਰਹੇ ਹਾਂ ਇਨ ਦਾ ਡਿਸਟ੍ਰਿਕਟਸ, ਜਿਹੜੀਆਂ ਕਿ ਅਦਰ ਸਟੇਟਸ ਨਾਲ ਬਾਰਡਰ ਬਣਾ ਰਹੀਆਂ ਨੇ। ਠੀਕ ਹੈ ਜੀ, ਇਹ ਵੀ ਹੋ ਗਿਆ। ਤੇ ਇੱਕ ਆ ਵੀ ਬੜੀ ਇੰਪੋਰਟੈਂਟ ਗੱਲ ਹੈ, ਇੱਕ ਟੋਲ ਫ੍ਰੀ ਨੰਬਰ ਵੀ ਅਸੀਂ ਜਿਹੜਾ ਹੈ ਲਾਂਚ ਕਰ ਰਹੇ ਹਾਂ, ਜਿਹਦੇ ਵਿੱਚ ਜੇ ਕਿਤੇ ਕੋਈ ਬੰਦਾ ਸਰਕਾਰੀ ਰੇਟ ਤੋਂ ਜ਼ਿਆਦਾ ਪ੍ਰਾਈਸ ਮੰਗ ਰਿਹਾ ਹੈ ਨਾ ਮਾਈਨਿੰਗ ਲਈ, ਪਲੱਸ ਜੇ ਕਿਤੇ ਇਲੀਗਲ ਮਾਈਨਿੰਗ ਚੱਲ ਰਹੀ ਹੈ, ਤੁਸੀਂ ਟੋਲ ਫ੍ਰੀ ਨੰਬਰ ਤੇ ਕੰਪਲੇਂਟ ਕਰ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਨਿਊ ਐਂਡ ਰੀਨਿਊਏਬਲ એનર્ਜੀ ਸੋਰਸਿਸ ਡਿਪਾਰਟਮੈਂਟ ਦੇ ਵਿੱਚ ਕੀ ਕੀਤਾ ਗਿਆ। ਲੋ ਜੀ, ਕਹਿੰਦੇ ਸੀ ਇਹੋ ਜਿਹੇ ਮੈਜਰਸ ਲੈ ਰਹੇ ਹਾਂ, ਇਹੋ ਜਿਹੇ ਜਿਹੜੇ ਸਟੈਪਸ ਲੈ ਰਹੇ ਹਾਂ, ਜਿਹਦੇ ਕਰਕੇ 2030 ਤੱਕ ਜਿੰਨੇ ਵੀ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਰਹੀ ਆ, ਉਹਦਾ 50% ਜਿਹੜਾ ਹਿੱਸਾ ਹੈ ਰੀਨਿਊਏਬਲ એનર્ਜੀ ਸੋਰਸਿਸ ਤੋਂ ਹੋਊਗਾ। ਰੀਨਿਊਏਬਲ એનર્ਜੀ ਸੋਰਸਿਸ ਤੋਂ ਹੋਊਗਾ, ਯਾਨੀ ਕਿ ਆਪਣੇ ਸੋਲਰ ਪਾਵਰ ਪਲਾਂਟਸ ਲਾਏ ਜਾਣਗੇ, ਆਪਣੇ ਵਿੰਡ એનર્ਜੀ ਤੋਂ, ਹੈ ਨਾ, ਉਹ ਉਸ ਤਰੀਕੇ ਨਾਲ ਜਿਹੜੇ ਰੀਨਿਊਏਬਲ એનર્ਜੀ ਸੋਰਸਿਸ ਨੇ ਉਹਦੇ ਵਿੱਚੋਂ ਅਸੀਂ ਪ੍ਰੋਡਿਊਸ ਕਰਾਂਗੇ। ਉਸ ਤੋਂ ਬਾਅਦ ਕਹਿੰਦੇ ਜਿਹੜਾ ਪੈਡੀਸਟਰਾ, ਜਿਹੜਾ ਇਹ ਵੀ ਬਹੁਤ ਭਖ ਦਾ ਮੁੱਦਾ ਹੈ, ਇਹਨੂੰ ਅਸੀਂ ਕੰਪਰੈਸਡ ਬਾਇਓਗੈਸ ਪਲਾਂਟਸ ਦੇ ਵਿੱਚ ਯੂਜ਼ ਕਰਾਂਗੇ ਬਾਈ ਦਾ ਈਅਰ 2030। ਉਹ ਜਿਹੜੀ ਕੈਪੈਸਿਟੀ ਹੋਗੀ 5 ਤੋਂ 6 ਮਿਲੀਅਨ ਟਨ ਦੀ ਹੋਊ, ਅਸੀਂ ਮਤਲਬ ਏਮ ਕਰ ਰਹੇ ਹਾਂ। ਪੈਡੀਸਟਰਾ 5 ਤੋਂ 6 ਮਿਲੀਅਨ ਟਨ ਅਸੀਂ ਯੂਜ਼ ਕਰਾਂਗੇ ਇਨ ਦਾ ਕੰਪਰੈਸਡ ਬਾਇਓਗੈਸ ਪਲਾਂਟਸ ਪ੍ਰੋਜੈਕਟਸ ਬਾਈ ਦਾ ਈਅਰ 2030। ਠੀਕ ਹੈ ਜੀ, ਤੇ ਸਰਕਾਰ ਨੇ ਗੱਲ ਹੋਰ ਕਹੀ ਹੈ ਵੀ ਜਿਹੜੇ ਸਾਰੇ ਐਗਰੀਕਲਚਰ ਪੰਪ ਨੇ ਜਿਹੜੇ ਡੀਜ਼ਲ ਬੇਸਡ ਨੇ, ਹੈ ਨਾ, ਨੈਕਸਟ 5 ਸਾਲਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਸੋਲਰਾਈਜ਼ ਕਰ ਦਾਂਗੇ, ਸੂਰਜੀਕਰਨ ਕਰ ਦਾਂਗੇ ਕਹਿੰਦੇ ਵੀ। ਠੀਕ ਹੈ ਜੀ, ਸੋਲਰਾਈਜ਼ ਕਰ ਦਿੱਤੇ ਜਾਣਗੇ ਸਾਰੇ ਡੀਜ਼ਲ ਬੇਸਡ ਐਗਰੀਕਲਚਰ ਪੰਪ। ਲੋ ਜੀ, ਫਿਰ ਆਪਾਂ ਦੇਖੀਏ ਹਾਰਟੀਕਲਚਰ ਸੈਕਟਰ ਦੇ ਵਿੱਚ। ਹਾਰਟੀਕਲਚਰ ਸੈਕਟਰ ਦੇ ਵਿੱਚ ਜਿਹੜਾ ਪੈਸਾ ਦਿੱਤਾ ਗਿਆ ਪਿਛਲੇ ਸਾਲ ਨਾਲੋਂ ਡਬਲ ਕਰਤਾ, ਮੋਰ ਦੈਨ ਡਬਲ, 253 ਕਰੋੜ ਰੁਪਏ ਕਰਤਾ। ਤੇ ਪੰਜਾਬ ਪਹਿਲੀ ਸਟੇਟ ਬਣ ਗਈ ਹੈ ਟੂ ਇੰਟਰੋਡਿਊਸ ਸਰਟੀਫਿਕੇਸ਼ਨ ਟ੍ਰੇਸੇਬਿਲਿਟੀ ਐਂਡ ਬਲੌਕਚੇਨ ਟੈਕਨੋਲੋਜੀ ਫॉर द टिश्यू कल्चर पोटैटो प्लांट्स।
ਠੀਕ ਹੈ ਜੀ। ਕਹਿਣ ਦਾ ਭਾਵ ਕਿ ਆਲੂ ਦੀ ਖੇਤੀ ਹੋਊਗੀ, ਆਲੂ ਦੇ ਜਿਹੜੇ ਪਲਾਂਟਸ ਹੋਣਗੇ ਉਹਨਾਂ ਵਿੱਚ ਜਿਹੜੀ ਐਡਵਾਂਸ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ ਬਲੌਕਚੇਨ ਟੈਕਨੋਲੋਜੀ, ਜਿਹੜੀ ਸਭ ਤੋਂ ਨੈਕਸਟ ਲੈਵਲ ਟੈਕਨੋਲੋਜੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦੇ 5 ਨਵੇਂ ਹਾਰਟੀਕਲਚਰ ਸਟੇਟਸ ਅਸੀਂ ਡਿਵੈਲਪ ਕਰਾਂਗੇ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਇਹ ਕੁਐਸਚਨ ਤੁਹਾਨੂੰ ਬਣ ਸਕਦਾ ਹੈ। 5 ਨਵੇਂ ਹਾਰਟੀਕਲਚਰ ਸਟੇਟਸ ਕਿੱਥੇ ਕਿੱਥੇ? ਲੁਧਿਆਣੇ 'ਚ, ਗੁਰਦਾਸਪੁਰ 'ਚ, ਪਟਿਆਲਾ, ਬਠਿੰਡਾ ਤੇ ਫਰੀਦਕੋਟ। ਇੱਥੇ ਜਿਹੜੇ ਐਸਟੈਬਲਿਸ਼ ਕੀਤੇ ਜਾਣਗੇ 5 ਨਵੇਂ ਹਾਰਟੀਕਲਚਰ ਸਟੇਟਸ। ਇੱਕ ਨਵੀਂ ਰਿਸਕ ਮਿਟੀਗੇਸ਼ਨ ਸਕੀਮ ਅਸੀਂ ਲਾਂਚ ਕਰਾਂਗੇ ਜਿਹਦਾ ਨਾਮ ਹੋਊਗਾ ਭਵ ਅੰਤਰ ਭੁਗਤਾਨ ਯੋਜਨਾ। ਭਵ ਅੰਤਰ ਭੁਗਤਾਨ ਯੋਜਨਾ ਸਾਲ 2023-24 ਦੇ ਵਿੱਚ ਇੰਟਰੋਡਿਊਸ ਕੀਤੀ ਜਾਊਗੀ। ਠੀਕ ਹੈ ਜੀ। ਇੱਕ ਨਵੀਂ ਸਕੀਮ ਫॉर ਡਾਇਵਰਸਿਫਿਕੇਸ਼ਨ ਕੀਤੀ ਜਾਊਗੀ। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਨੂੰ ਬੜਾ ਇੰਪੋਰਟੈਂਟ ਪੁਆਇੰਟ ਲੱਗਿਆ ਤੇ ਬੜਾ ਇੰਟਰਸਟਿੰਗ ਪੁਆਇੰਟ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇੱਕ ਜਿਹੜੀ ਹੈ ਇੱਕ ਇਹੋ ਜਿਹੀ ਸੇਬ ਦੀ ਕੁਆਲਿਟੀ, ਇੱਕ ਮਤਲਬ ਕਹਿ ਦੋ ਵੀ ਕਿਸਮ ਤਿਆਰ ਕੀਤੀ ਹੈ ਜਿਹੜੀ ਪੰਜਾਬ ਦੇ ਕਲਾਈਮੇਟਿਕ ਕੰਡੀਸ਼ਨ ਦੇ ਹਿਸਾਬ ਨਾਲ ਹੋਊਗੀ। ਕਹਿਣ ਦਾ ਭਾਵ ਕਿ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਸੇਬ ਦੀ ਖੇਤੀ ਕੀਤੀ ਜਾਊਗੀ। ਸੋ ਬਹੁਤ ਇੰਟਰਸਟਿੰਗ ਪੁਆਇੰਟ ਹੈ। ਮੈਂ ਉਸ ਟਾਈਮ ਦਾ ਇੰਤਜ਼ਾਰ ਕਰ ਰਿਹਾ ਵੀ ਜਦੋਂ ਪੰਜਾਬ ਦੇ ਵਿੱਚ ਸੇਬ ਹੋਣਗੇ, ਕਿਉਂਕਿ ਸੇਬ ਬੜਾ ਮਹਿੰਗਾ ਯਾਰ, ਹੈ ਨਾ। ਲਓ ਜੀ, ਲਓ ਮੇਰੇ ਪਿਆਰੇ ਵਿਦਿਆਰਥੀਓ, ਫਿਰ ਰੈਵਨਿਊ ਰੀਹੈਬਿਲਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਸੈਕਟਰ ਦੇ ਵਿੱਚ ਕੀ ਕੀਤਾ ਗਿਆ? ਲਓ ਜੀ, ਕਹਿੰਦੇ ਅਸੀਂ ਐਫੀਸ਼ੀਐਂਸੀ ਲਿਆਉਣ ਵਾਸਤੇ ਰੈਵਨਿਊ ਕਿਹੜਾ ਰੈਵਨਿਊ ਮਾਲ ਵਿਭਾਗ ਵਿੱਚ ਕੀ ਕੀਤਾ ਗਿਆ? ਪਟਵਾਰੀ ਵਾਲਾ ਸੀਨ ਹੈ ਜਿਹੜਾ। ਐਫੀਸ਼ੀਐਂਸੀ ਐਂਡ ਟਰਾਂਸਪੇਰੈਂਸੀ ਲਿਆਉਣ ਵਾਸਤੇ ਰੈਵਨਿਊ ਡਿਪਾਰਟਮੈਂਟ ਵਿੱਚ ਈ ਸਟੈਂਪਿੰਗ ਕੀਤੀ ਜਾਊਗੀ। ਇੱਕ ਵੈਬਸਾਈਟ ਕ੍ਰੀਏਟ ਕੀਤੀ ਜਾਊਗੀ ਤਾਂ ਕਿ ਓਲਡ ਪ੍ਰਾਈਵੇਟ ਪਾਰਟੀਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਪ੍ਰੋਪਰ ਮੈਨੇਜਮੈਂਟ ਹੋ ਸਕੇ ਤੇ ਖਸਰਾ ਗਿਰਦਾਵੜੀ ਜਿਹੜੀ ਹੁੰਦੀ ਹੈ ਉਹਦੀ ਆਨਲਾਈਨ ਰਿਕਾਰਡਿੰਗ ਹੋਊਗੀ। ਠੀਕ ਹੈ ਜੀ। ਰੈਵਨਿਊ ਡਿਪਾਰਟਮੈਂਟ ਨੂੰ ਸਟਰੈਂਥਨ ਕਰਨ ਵਾਸਤੇ 1834 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ। ਲਓ ਜੀ, ਉਸ ਤੋਂ ਬਾਅਦ ਮੈਂ ਗੱਲ ਕਰਦਾ ਬੱਚਿਓ ਵਾਟਰ ਰਿਸੋਰਸਿਸ ਦੀ। ਵਾਟਰ ਰਿਸੋਰਸਿਸ ਸੈਕਟਰ ਦੇ ਵਿੱਚ ਪਿਛਲੇ ਸਾਲ ਨਾਲੋਂ 15% ਜ਼ਿਆਦਾ ਰਾਸ਼ੀ ਪਾਤੀ, 2630 ਕਰੋੜ ਰੁਪਇਆ ਪਾਤਾ। ਬਹੁਤ ਹੀ ਜ਼ਿਆਦਾ ਬਾਰਡਰ ਸਟੇਟਸ ਦਾ ਜਿਹੜੀਆਂ ਆਪਣੀਆਂ ਨੇ ਬਹੁਤ ਜ਼ਿਆਦਾ ਉਹਨਾਂ ਦੀ ਡਿਮਾਂਡ ਸੀ ਵੀ ਸਾਡੀਆਂ ਰਿਵਰਸ ਦੇ ਵਿੱਚ ਜਿਹੜੀ ਹੈ ਲੈਦਰ ਇੰਡਸਟਰੀ 'ਚੋਂ ਬਹੁਤ ਜ਼ਿਆਦਾ ਜਿਹੜੇ ਐਫਲੂਐਂਟਸ ਆ ਰਹੇ ਨੇ, ਸੋ ਉਸ ਨੂੰ ਰਿਜ਼ੋਲਵ ਕਰਤਾ। ਠੀਕ ਹੈ ਜੀ। ਲੌਂਗ ਪੈਂਡਿੰਗ demand of the farmers belonging to the border areas regarding effluents from the leather industry has been duly resolved। ਉਸ ਤੋਂ ਬਾਅਦ ਕਹਿੰਦੇ ਜੀ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਉਹਦੀ ਰੀਲਾਈਨਿੰਗ ਕੀਤੀ ਜਾਊਗੀ। ਸਰਹੰਦ ਫੀਡਰ ਦੇ 16 ਕਿਲੋਮੀਟਰ ਪਏ ਨੇ, ਰਾਜਸਥਾਨ ਫੀਡਰ ਦੇ 34 ਕਿਲੋਮੀਟਰ। ਠੀਕ ਹੈ ਜੀ। ਇਹਨਾਂ ਦੀ ਰੀਲਾਈਨਿੰਗ ਕੀਤੀ ਜਾਊਗੀ। ਲਿਫਟ ਇਰੀਗੇਸ਼ਨ ਸਕੀਮ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਹੈ ਲੈ ਕੇ ਆਵਾਂਗੇ। ਲਿਫਟ ਇਰੀਗੇਸ਼ਨ ਸਕੀਮ ਕੀ ਹੁੰਦੀ ਹੈ? ਜਿੱਥੇ ਵਾਟਰ ਟੇਬਲ ਥੱਲੇ ਹੁੰਦਾ ਉੱਥੋਂ ਥੱਲੇ ਲਿਫਟ ਕਰਕੇ ਪਾਣੀ ਇਰੀਗੇਸ਼ਨ ਵਾਸਤੇ ਯੂਜ਼ ਕਰਨਾ। ਠੀਕ ਹੈ ਜੀ। ਤੇ ਡਿਸਟ੍ਰੀਬਿਊਟਰੀ ਸਿਸਟਮਸ ਜਿਹੜੇ ਵੀ ਹੈਗੇ ਨੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਹੈ ਕੰਕਰੀਟ ਲਾਈਨਿੰਗ ਕੀਤੀ ਜਾਊਗੀ। ਬੇਸਿਕਲੀ ਸੂਏ ਜਿਹੜੇ ਹੁੰਦੇ ਨੇ ਨਾ ਉਹਨਾਂ ਦੀ ਕੰਕਰੀਟ ਲਾਈਨਿੰਗ ਕੀਤੀ ਜਾਊਗੀ। ਲਓ ਜੀ, ਉਸ ਤੋਂ ਬਾਅਦ ਮੈਂ ਦੇਖਾਂ ਜੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿੱਚ ਕੀ ਕੀਤਾ ਗਿਆ। ਆਹ ਦੇਖੋ ਜੀ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤੇ ਜਲ ਜੀਵਨ ਮਿਸ਼ਨ, ਭਾਵੇਂ ਸੈਂਟਰ ਦੀਆਂ ਸਕੀਮਾਂ ਨੇ ਪਰ ਇਹਦੀ ਐਗਜ਼ੀਕਿਊਸ਼ਨ ਹੈ ਜਿਹੜੀ ਸਟੇਟ ਕਰਦੀ ਹੈ, ਇਸ ਕਰਕੇ ਉਹਨਾਂ ਵਿੱਚ ਪੈਸਾ ਪਾਤਾ ਇਹਨਾਂ ਨੇ। ਆਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ, ਜਲ ਭਵਨ ਨਵੀਂ ਇੱਕ ਚੀਜ਼ ਹੈ, ਨਵਾਂ ਇਨੀਸ਼ੀਏਟਿਵ ਹੈ। ਜਲ ਭਵਨ ਕ੍ਰੀਏਟ ਕੀਤਾ ਜਾਊਗਾ ਕਹਿੰਦੇ ਜੀ ਕਿੱਥੇ? ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਕ੍ਰੀਏਟ ਕੀਤਾ ਜਾਊਗਾ ਵਿਦ ਦਾ ਇਨਵੈਸਟਮੈਂਟ ਆਫ 40 ਕਰੋੜ। ਠੀਕ ਹੈ ਜੀ। ਜਿਹੜੇ ਇਦਾਂ ਦੇ ਅਲੱਗ ਤੋਂ ਪੁਆਇੰਟ ਜਿਹੜੇ ਮੈਂ ਬੋਲ ਰਿਹਾ ਯਾਦ ਰੱਖਿਓ ਵੀ ਇਹ ਇੰਪੋਰਟੈਂਟ ਨੇ। ਲੋ ਜੀ, ਫਿਰ ਮੈਂ ਗੱਲ ਕਰਾਂ ਟਰਾਂਸਪੋਰਟ ਸੈਕਟਰ ਦੀ। ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਨੋਟੀਫਾਈਡ ਕੀਤੀ ਜਾਊਗੀ। ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਨੋਟੀਫਾਈਡ ਕੀਤੀ ਜਾਊਗੀ ਜਿਹਦਾ ਇੰਟੈਂਸ਼ਨ ਕੀ ਹੋਊਗੀ, ਜਿਹਦਾ ਏਮ ਕੀ ਹੋਊਗਾ? ਟੂ ਪ੍ਰਮੋਟ ਦਾ ਯੂਜ਼ ਆਫ ਇਲੈਕਟ੍ਰਿਕ ਵਹੀਕਲਸ। ਇਲੈਕਟ੍ਰਿਕ ਵਹੀਕਲਸ ਦਾ ਯੂਜ਼ ਆ ਜਿਹੜਾ ਪ੍ਰਮੋਟ ਕੀਤਾ ਜਾ ਸਕੇ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਇਲੈਕਟ੍ਰਿਕ ਵਹੀਕਲਸ ਔਨ ਰੋਡਸ ਤੇ, ਇਸ ਕਰਕੇ ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਹੈ ਜਿਹੜੀ ਇੰਟਰੋਡਿਊਸ ਕੀਤੀ ਗਈ ਹੈ। ਉਸ ਤੋਂ ਬਾਅਦ ਸਰਕਾਰ ਨੇ ਇੱਕ ਨਵੀਂ ਰਜਿਸਟਰਡ ਵਹੀਕਲ ਸਕ੍ਰੈਪਿੰਗ ਫੈਸਿਲਿਟੀ ਜਿਹੜੀ ਹੈ ਇੰਪਲੀਮੈਂਟ ਕਰਤੀ ਹੈ, ਜਿਹਦੇ ਵਿੱਚ ਜਿਹੜੇ ਜ਼ਿਆਦਾ ਪੁਰਾਣੇ ਜਿਹੜੇ ਵਹੀਕਲਸ ਹੋ ਜਾਂਦੇ ਆ 15-15 20-20 ਸਾਲ ਪੁਰਾਣੇ ਹੋ ਜਾਂਦੇ ਆ ਉਹਨਾਂ ਦੀ ਸਕ੍ਰੈਪਿੰਗ ਕੀਤੀ ਜਾ ਸਕੇ, ਡਿਸਮੈਂਟਲਿੰਗ ਕੀਤੀ ਜਾ ਸਕੇ। ਉਸ ਤੋਂ ਬਾਅਦ PRTC ਤੇ ਪੰਜਾਬ ਰੋਡਵੇਜ਼ ਦੇ ਜਿੰਨੇ ਵੀ ਡਿਪੂ ਨੇ ਉਹਨਾਂ ਇੱਥੇ ਇੰਟੀਗ੍ਰੇਟਡ ਡਿਪੂ ਮੈਨੇਜਮੈਂਟ ਸਿਸਟਮ ਅਸੀਂ ਲੈ ਕੇ ਆਵਾਂਗੇ। ਠੀਕ ਹੈ ਜੀ, ਇਹ ਵੀ ਹੋ ਗਿਆ ਜੀ। ਉਸ ਤੋਂ ਬਾਅਦ ਕਹਿੰਦੇ 6 ਆਟੋਮੈਟਿਕ ਟੈਸਟਿੰਗ ਸਟੇਸ਼ਨਸ ਬਣਾਵਾਂਗੇ ਅਸੀਂ। 6 ਆਟੋਮੈਟਿਕ ਟੈਸਟਿੰਗ ਸਟੇਸ਼ਨਸ ਬਣਾਵਾਂਗੇ ਜਿਹਦੇ ਵਿੱਚ ਟੈਸਟ ਕਿਹਦਾ ਕੀਤਾ? ਫਿਟਨੈਸ ਟੈਸਟ ਕੀਤੀ ਜਾਊਗੀ ਕਿਹਦੀ? ਕਮਰਸ਼ੀਅਲ ਵਹੀਕਲਸ ਦੀ। ਕਿੱਥੇ ਕਿੱਥੇ ਬਣਾਵਾਂਗੇ ਜੀ ਇਹ? ਮੋਹਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲਾ, ਬਠਿੰਡਾ, ਲੁਧਿਆਣਾ, ਫਰੀਦਕੋਟ ਤੇ ਅੰਮ੍ਰਿਤਸਰ। ਇਹ ਗੱਲਾਂ ਯਾਦ ਰੱਖਣੇ ਨੇ, ਬੜੀਆਂ ਇੰਪੋਰਟੈਂਟ ਨੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਆਹ ਤਾਂ ਅਪਗ੍ਰੇਡੇਸ਼ਨ ਕਰਤੀ, ਰੋਡ ਸੇਫਟੀ। ਠੀਕ ਹੈ, ਠੀਕ ਹੈ, ਠੀਕ ਹੈ। ਇਹਦੇ ਵਿੱਚ ਕੁਝ ਹੋਰ ਨਹੀਂਗਾ। ਉਸ ਤੋਂ ਬਾਅਦ ਆ ਜਾਓ ਜੀ ਟੂਰਿਜ਼ਮ ਤੇ ਕਲਚਰਲ ਅਫੇਅਰਸ ਦੇ ਵਿੱਚ। ਟੂਰਿਜ਼ਮ ਤੇ ਕਲਚਰਲ ਅਫੇਅਰ ਦੇ ਵਿੱਚ ਜਿਹੜੀ ਹੈ ਪਿਛਲੇ ਸਾਲ ਨਾਲੋਂ 8% ਜਿਹੜੀ ਇਨਕਮ ਇਨਕਰੀਜ਼ ਕਰਤੀ, ਉਹਨਾਂ 'ਚ ਐਲੋਕੇਸ਼ਨ ਇਨਕਰੀਜ਼ ਕਰਤੀ ਤੇ 9 ਪ੍ਰਾਈਵੇਟ ਪਾਰਟੀਜ਼ ਨਾਲ ਐਗਰੀਮੈਂਟ ਸਾਈਨ ਕਰਤਾ ਤਾਂ ਕਿ ਆਪਰੇਸ਼ਨ ਤੇ ਮੇਨਟੇਨੈਂਸ ਮੈਨੀ ਟੂਰਿਜ਼ਮ ਰਿਲੇਟਡ ਪ੍ਰੋਪਰਟੀਜ਼ ਦੀ ਕੀਤੀ ਜਾ ਸਕੇ।
ਟੂਰਿਜ਼ਮ ਸੈਕਟਰ ਦੇ ਵਿੱਚ ਕੁਝ ਜ਼ਿਆਦਾ ਨਹੀਂ ਕੀਤਾ। ਠੀਕ ਹੈ ਜੀ। ਆ ਬ੍ਰਾਂਡ ਇਮੇਜ ਤੇ ਪਬਲਿਸਿਟੀ ਵਾਸਤੇ ਜੀ 5 ਕਰੋੜ ਦਿੱਤਾ। ਫॉर द ਕੰਸਟਰਕਸ਼ਨ ਮੇਨਟੇਨ ਰੈਸਟੋਰੇਸ਼ਨ ਆਫ ਵੇਰੀਅਸ ਮੈਮੋਰੀਅਲਸ 110 ਕਰੋੜ ਰੁਪਏ ਦਿੱਤਾ। ਬੇਸਿਕਲੀ ਇਹਦੇ ਵਿੱਚ ਕੋਈ ਨਵਾਂ ਇਨੀਸ਼ੀਏਟਿਵ ਨਹੀਂ ਹੈਗਾ, ਜਿਹੜੇ ਆਲਰੇਡੀ ਆਪਣੀਆਂ ਟੂਰਿਜ਼ਮ ਰਿਲੇਟਡ ਸਾਈਟਸ ਨੇ ਉਹਦੀ ਅਪਗ੍ਰੇਡੇਸ਼ਨ ਵਾਸਤੇ, ਉਹਦੀ ਮੇਨਟੇਨੈਂਸ ਵਾਸਤੇ ਪੈਸਾ ਐਲੋਕੇਟ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਜੀ ਪਾਵਰ ਸੈਕਟਰ ਵਿੱਚ, ਇੱਥੋਂ ਕੁਐਸਚਨ ਬਣ ਜਾਊਗਾ ਪੱਕਾ। ਪਾਵਰ ਸੈਕਟਰ ਦੇ ਵਿੱਚ ਅਪ੍ਰੈਲ ਤੋਂ ਸਤੰਬਰ 2022 ਤੱਕ ਬੜੀ ਹਾਈ ਪੀਕ ਡਿਮਾਂਡ ਸੀ ਇਲੈਕਟ੍ਰੀਸਿਟੀ ਦੀ 14,311 ਮੈਗਾਵਾਟ ਦੀ। ਇਹ ਹਾਈਐਸਟ ਐਵਰ ਪੀਕ ਡਿਮਾਂਡ ਸੀ ਜਿਹੜੀ ਪੰਜਾਬ ਨੇ ਮੈਟ ਕਰ ਲਈ। ਪੰਜਾਬ ਨੇ ਮੈਟ ਕਰ ਲਈ, ਬੜੀ ਵਧੀਆ ਗੱਲ ਹੈ। ਲਓ ਜੀ, ਤੇ ਉਸ ਤੋਂ ਬਾਅਦ ਸਰਕਾਰ ਨੇ ਇੰਸ਼ੋਰ ਕੀਤਾ, ਆਸ਼ਵਾਸਨ ਦਿੱਤਾ ਕਿ 8 ਘੰਟੇ ਦੀ ਪਾਵਰ ਸਪਲਾਈ ਐਗਰੀਕਲਚਰ ਕੰਜ਼ਿਊਮਰਸ ਨੂੰ ਦਿੱਤੀ ਜਾਊਗੀ, ਡਿਸਪਾਈਟ ਭਾਵੇਂ ਸਾਡੇ ਕੋਲੇ ਕੋਲ ਸ਼ਾਰਟੇਜ ਹੈ ਬਹੁਤ ਤਕੜੀ। ਗੁੱਡ ਪੁਆਇੰਟ। ਠੀਕ ਹੈ ਜੀ, ਮੰਨਦੇ ਹਾਂ। ਠੀਕ ਹੈ ਜੀ, ਬਹੁਤ ਵਧੀਆ ਜੀ। ਫॉर ਪ੍ਰੋਵਾਈਡਿੰਗ ਪਾਵਰ ਸਬਸਿਡੀ ਟੂ ਡੋਮੈਸਟਿਕ ਕੰਜ਼ਿਊਮਰਸ 780 ਕਰੋੜ ਰੁਪਇਆ ਦਿੱਤਾ, ਜਿਹੜਾ ਜ਼ੀਰੋ ਬਿੱਲ ਆ ਰਿਹਾ ਸਾਰਿਆਂ ਦਾ। ਠੀਕ ਹੈ ਜੀ, ਉਹਦੇ ਵਾਸਤੇ। ਹੁਣ ਇੱਥੇ ਇੱਕ ਬੜਾ ਪੁਆਇੰਟ ਹੈ ਇੰਪੋਰਟੈਂਟ, ਪਛਵਾੜਾ ਸੈਂਟਰਲ ਕੋਲ ਮਾਈਨ ਹੈਗੀ ਕਿੱਥੇ ਹੈ ਜੀ? ਇਹ ਝਾਰਖੰਡ 'ਚ ਹੈ। ਇਹਦਾ ਠੇਕਾ ਕਿਹਨੂੰ ਦਿੱਤਾ ਹੋਇਆ ਸੀ? PSPCL ਨੂੰ। ਪਿਛਲੇ 5 PSPCL ਪਿਛਲੇ 7 ਸਾਲਾਂ ਤੋਂ ਇਹ ਬੰਦ ਪਈ ਸੀ, ਪਿਛਲੇ 7 ਸਾਲਾਂ ਤੋਂ ਬੰਦ ਪਈ ਸੀ। ਇਹਨੂੰ ਆਪਰੇਸ਼ਨਲਾਈਜ਼ ਕਰ ਲਿਆ। ਉਹ ਗੱਲ ਅੱਡ ਹੈ, ਜਨਵਰੀ ਦੇ ਵਿੱਚ 6 ਦਿਨ ਚੱਲ ਕੇ ਹਜੇ ਬੰਦ ਪਈ ਹੈ। ਠੀਕ ਹੈ ਜੀ। ਬਟ ਗੱਲ ਯਾਦ ਰੱਖ ਲਿਓ, ਪਛਵਾੜਾ ਸੈਂਟਰਲ ਕੋਲ ਮਾਈਨ, ਕੁਐਸਚਨ ਤੁਹਾਨੂੰ ਬਣ ਸਕਦਾ ਸਿੱਧਾ ਵੀ ਇਹ ਝਾਰਖੰਡ 'ਚ ਹੈ। ਠੀਕ ਹੈ। PSPCL ਨੂੰ ਜਿਹੜੀ ਹੈ ਠੇਕਾ ਦਿੱਤਾ ਹੋਇਆ ਇਹਦਾ। ਲਓ ਜੀ, ਉਸ ਤੋਂ ਬਾਅਦ ਆ ਜਾਓ ਸਕੂਲ ਐਜੂਕੇਸ਼ਨ 'ਚ। ਸਕੂਲ ਐਜੂਕੇਸ਼ਨ ਦੇ ਵਿੱਚ ਮੈਂ ਗੱਲ ਕਰਾਂ, ਵੈਸੇ ਮੈਂ ਤੁਹਾਡੇ ਨਾਲ ਓਵਰਆਲ ਗੱਲ ਕਰ ਲਾਂ, ਕੁਝ ਜ਼ਿਆਦਾ ਇਨੀਸ਼ੀਏਟਿਵ ਲੈਤੇ ਨਹੀਂ ਇਹਨਾਂ ਨੇ। ਠੀਕ ਹੈ ਜੀ। ਨਵੇਂ ਐਜੂਕੇਸ਼ਨ ਵਾਸਤੇ ਕੁਝ ਜ਼ਿਆਦਾ ਨਹੀਂ ਕੀਤਾ ਹੈਗਾ, ਬਟ ਜੋ ਵੀ ਕੀਤਾ ਆਪਾਂ ਕਰਦੇ ਹਾਂ। ਲਓ ਜੀ, 17,000 ਕਰੋੜ ਰੁਪਇਆ ਸਕੂਲ ਤੇ ਹਾਇਰ ਐਜੂਕੇਸ਼ਨ ਵਾਸਤੇ ਦਿੱਤਾ, ਪਿਛਲੇ ਸਾਲ ਨਾਲੋਂ 12% ਹਾਈ। ਠੀਕ ਹੈ ਜੀ। ਕਹਿੰਦੇ ਜੀ ਵੀ ਜਿਹੜੇ ਵੀ ਕੰਟਰੈਕਚੁਅਲ ਮੈਨ ਪਾਵਰ ਆ, ਯਾਨੀ ਕਿ ਜਿਹੜੇ ਕੰਟਰੈਕਟ ਤੇ ਰੱਖੇ ਗਏ ਆਪਣੇ ਟੀਚਰਸ ਨੇ, ਉਹਨਾਂ ਨੂੰ ਅਸੀਂ ਰੈਗੂਲਰਾਈਜ਼ ਕਰਾਂਗੇ ਤੇ ਉਹ ਪ੍ਰੋਸੈਸ ਸਟਾਰਟ ਕੀਤੀ ਹੋਈ ਹੈ, ਚਾਹੇ ਉਹ ਟੀਚਿੰਗ ਨਾਲ ਸੰਬੰਧਿਤ ਹੋਣ ਭਾਵੇਂ ਨਾਨ ਟੀਚਿੰਗ ਕੈਡਰ 'ਚ ਹੋਣ। ਜਿਹੜੇ ਕੰਟਰੈਕਟ ਤੇ ਮੈਨ ਪਾਵਰ ਆ, ਕੰਟਰੈਕਟ ਤੇ ਟੀਚਰਸ ਨੇ ਜਿਹੜੇ, ਉਹਨਾਂ ਨੂੰ ਅਸੀਂ ਜਿਹੜੀ ਹੈ ਪ੍ਰੋਸੈਸ ਫॉर द ਰੈਗੂਲਰਾਈਜੇਸ਼ਨ ਉਹ ਅਸੀਂ ਸਟਾਰਟ ਕੀਤੀ ਹੋਈ ਹੈ। ਠੀਕ ਹੈ ਜੀ। ਇੱਕ ਮੈਗਾ ਪੇਰੈਂਟ ਟੀਚਰ ਮੀਟ ਕੀਤੀ ਗਈ ਸੀ ਦਸੰਬਰ 2022 'ਚ, ਜਿਹਦੇ ਵਿੱਚ 19 ਲੱਖ ਪੇਰੈਂਟਸ ਆਏ ਸੀ ਉਸ ਪੇਰੈਂਟ ਟੀਚਰ ਮੀਟਿੰਗ ਤੇ ਉਹਨਾਂ ਤੋਂ ਫੀਡਬੈਕ ਕਲੈਕਟ ਕੀਤੀ ਗਈ ਹੈ 3 ਲੱਖ ਪੇਰੈਂਟਸ ਤੋਂ। ਠੀਕ ਹੈ ਜੀ। ਮਤਲਬ ਕਹਿਣ ਦਾ ਭਾਵ ਡਾਟਾਬੇਸ ਕਲੈਕਟ ਕੀਤਾ ਬਹੁਤ ਜ਼ਿਆਦਾ। ਹੁਣ ਆ ਇੱਕ ਮਿਸ਼ਨ ਹੈ, ਯਾਦ ਰੱਖਿਓ, ਮਿਸ਼ਨ 100% ਗਿਵ ਯੂਰ ਬੈਸਟ। ਇਹ ਲਾਂਚ ਕੀਤਾ ਗਿਆ। ਏਮ ਕੀ ਹੈ? ਏਮ ਕੀਤਾ ਗਿਆ ਟੂ ਇੰਪਰੂਵ ਦਾ ਪਰਫਾਰਮੈਂਸ ਆਫ ਸਟੂਡੈਂਟਸ ਦੀ ਪਰਫਾਰਮੈਂਸ ਇੰਪਰੂਵ ਕਰਨੀ। ਕਿਹੜੀ ਕਲਾਸ ਦੇ ਸਟੂਡੈਂਟਸ? 8ਵੀਂ ਦੇ, 10ਵੀਂ ਦੇ ਤੇ 12ਵੀਂ ਦੇ। ਸਿੱਧਾ ਕੁਐਸਚਨ ਆ ਜਾਊਗਾ, ਮਿਸ਼ਨ 100% ਗਿਵ ਯੂਰ ਬੈਸਟ ਕਿਹੜੀ ਕਲਾਸ ਦੇ ਸਟੂਡੈਂਟਸ ਨਾਲ ਸੰਬੰਧਿਤ ਹੈ? 8ਵੀਂ, 10ਵੀਂ, 12ਵੀਂ, ਯਾਦ ਰੱਖਣੀ ਹੈ ਗੱਲ। ਠੀਕ ਹੈ ਜੀ। ਤੇ ਕਹਿੰਦੇ ਅੰਡਰ ਦਾ ਕੰਸੈਪਟ ਆਫ ਬਿਲਡਿੰਗ ਐਜ਼ ਅ ਲਰਨਿੰਗ ਏਡ 4 ਕਰੋੜ ਰੁਪਏ ਨੂੰ ਐਲੋਕੇਟ ਕਰਤਾ। ਕਰਨਾ ਕੀ ਸੀਗਾ? ਅਸਿਸਟੈਂਸ ਦੇਣੀ ਹੈ ਬਸ, ਹੋਰ ਕੁਝ ਨਹੀਂ ਸੀ ਇਹਦੇ ਵਿੱਚ। ਉਸ ਤੋਂ ਬਾਅਦ ਆ ਜਾਓ ਟੈਕਨੀਕਲ ਐਜੂਕੇਸ਼ਨ 'ਚ। ਟੈਕਨੀਕਲ ਐਜੂਕੇਸ਼ਨ ਦੇ ਵਿੱਚ 615 ਕਰੋੜ ਰੁਪਏ ਐਲੋਕੇਟ ਕਰਤਾ, ਜਿਹੜਾ 6% ਹਾਈਅਰ ਸੀ ਪਿਛਲੇ ਸਾਲ ਨਾਲੋਂ। ਠੀਕ ਹੈ ਜੀ। ਸਰਕਾਰ ਨੇ ਜਿਹੜਾ ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ ਰੋਪੜ ਦੇ ਵਿੱਚ ਸੀਗਾ, 2009 ਤੋਂ ਬੰਦ ਪਿਆ ਸੀ, ਉਹਨੂੰ ਰੀਓਪਨ ਕਰਤਾ 2022 ਦੇ ਵਿੱਚ, ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ। ਠੀਕ ਹੈ ਜੀ। ਹੋਰ ਦੇਖੀ ਕੀ ਕੀਤਾ ਜੀ? ਹੋਰ ਕਹਿੰਦੇ ਜੀ ਜਿਹੜੇ ਆਪਣੀਆਂ ਬਿਲਡਿੰਗ ਸਰਕਾਰੀ ITTs ਦੀ ਜਿਹੜੇ ਬਿਲਡਿੰਗਸ ਨੇ, ਉਹਦੇ ਇਨਫਰਾਸਟ੍ਰਕਚਰ ਵਾਸਤੇ, ਮਸ਼ੀਨਰੀ ਇਕਵਿਪਮੈਂਟ ਵਾਸਤੇ, ਕੰਸਟਰਕਸ਼ਨ ਵਾਸਤੇ ਪੈਸੇ ਦੇਤੇ, ਅਪਗ੍ਰੇਡੇਸ਼ਨ ਵਾਸਤੇ, ਹੋਰ ਕੁਝ ਨਹੀਂ ਸੀਗਾ। ਸਕਿੱਲ ਸਟਰੈਂਥਨਿੰਗ ਫॉर ਇੰਡਸਟਰੀਅਲ ਵੈਲਿਊ ਇਨਹੈਂਸਮੈਂਟ ਫॉर द ਇੰਪਰੂਵਮੈਂਟ ਆਫ ਵੋਕੇਸ਼ਨਲ ਟ੍ਰੇਨਿੰਗ ਐਂਡ ਫॉर ਡਿਸੈਮੀਨੇਸ਼ਨ ਆਫ ਅਪ੍ਰੈਂਟਿਸ ਟ੍ਰੇਨਿੰਗ ਪ੍ਰੋਗਰਾਮ 40 ਕਰੋੜ ਐਲੋਕੇਟ ਕਰਤੇ। ਉਹੀ ਗੱਲਾਂ ਜਿਹੜੀਆਂ ਪੁਰਾਣੇ ਵੀ ਕਦੇ ਸਕਿੱਲ ਅਸੀਂ ਇਨਕਰੀਜ਼ ਕਰਨ ਵਾਸਤੇ, ਹੈ ਨਾ, ਤਾਂ ਕਿ ਅਸੀਂ ਜਿਹੜੀ ਇੰਡਸਟਰੀ ਸਪੈਸੀਫਿਕ ਸਕਿੱਲਸ ਬੱਚਿਆਂ ਨੂੰ ਦੇ ਸਕੀਏ ਤਾਂ ਕਿ ਉਹ ਜੌਬ ਰੈਡੀ ਹੋ ਜਾਣ, ਉਹਦੇ ਲਈ 40,000 ਕਰੋੜ ਰੁਪਇਆ ਦਿੱਤਾ ਹੈ। ਉਸ ਤੋਂ ਬਾਅਦ ਹਾਈਅਰ ਐਜੂਕੇਸ਼ਨ 'ਚ ਦੇਖੀਏ 2 ਨਵੀਆਂ ਸਕੀਮਾਂ। ਨੰਬਰ 1 ਪ੍ਰੋਫੈਸ਼ਨਲ ਕੋਚਿੰਗ ਫॉर ਇੰਪਲੋਇਮੈਂਟ, ਪ੍ਰੋਫੈਸ਼ਨਲ ਕੋਚਿੰਗ ਫॉर ਇੰਪਲੋਇਮੈਂਟ, ਤੇ ਦੂਜੀ ਪ੍ਰੋਫੈਸ਼ਨਲ ਕੋਚਿੰਗ ਫॉर ਇੰਪਲੋਇਮੈਂਟ ਐਂਡ ਸੌਫਟ ਸਕਿੱਲ, ਤੇ ਦੂਜੀ ਹੈ ਕਮਿਊਨੀਕੇਸ਼ਨ ਟ੍ਰੇਨਿੰਗ। ਸੋ ਆਹ 2 ਨਵੀਆਂ ਸਕੀਮਾਂ ਜਿਹੜੀਆਂ ਇਹਨਾਂ ਨੇ ਹਾਇਰ ਐਜੂਕੇਸ਼ਨ ਵਾਸਤੇ ਲਾਂਚ ਕੀਤੀਆਂ ਨੇ, ਇਹਦੀਆਂ ਡੀਟੇਲਸ ਜਦੋਂ ਆ ਜਾਣਗੀਆਂ ਮੈਂ ਤੁਹਾਡੇ ਨਾਲ ਡਿਸਕਸ ਕਰ ਲੂੰਗਾ। ਠੀਕ ਹੈ ਜੀ। ਹੋਰ ਕਹਿੰਦੇ ਜੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ, ਇਨਫਰਾਸਟ੍ਰਕਚਰ ਫੈਸਿਲਿਟੀਜ਼ ਨੂੰ ਕ੍ਰੀਏਟ ਕਰਨ ਵਾਸਤੇ ਫॉर द ਕ੍ਰੀਏਸ਼ਨ ਆਫ ਲਾਇਬ੍ਰੇਰੀਜ਼ ਗਵਰਨਮੈਂਟ ਕਾਲਜਸ ਦੇ ਵਿੱਚ 68 ਕਰੋੜ ਰੁਪਇਆ ਦਿੱਤਾ, ਵੀ ਜਿਹੜਾ ਕੁਝ ਹੈਗਾ ਬਣਾ ਲਓ ਕਹਿੰਦੇ ਨਵਾਂ। ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਸੈਂਟਰ ਦਾ ਸਟੇਟ ਐਗਜ਼ੀਕਿਊਟ ਕਰਦੇ 116 ਕਰੋੜ ਦਿੱਤਾ। ਫॉर ਸਟਰੈਂਥਨਿੰਗ ਐਂਡ ਅਪਗ੍ਰੇਡੇਸ਼ਨ ਆਫ ਉਰਦੂ ਅਕੈਡਮੀ ਮਲੇਰਕੋਟਲੇ ਦੀ ਗੱਲ ਯਾਦ ਰੱਖ ਲਿਓ, ਉਰਦੂ ਅਕੈਡਮੀ ਕਦੇ ਆ ਗਿਆ ਤਾਂ ਮਲੇਰਕੋਟਲੇ 'ਚ ਹੈ। ਠੀਕ ਹੈ ਜੀ। ਉਹਦੀ ਸਟਰੈਂਥਨਿੰਗ ਵਾਸਤੇ, ਉਹਦੀ ਅਪਗ੍ਰੇਡੇਸ਼ਨ ਵਾਸਤੇ 2 ਕਰੋੜ ਰੁਪਇਆ ਦਿੱਤਾ। ਲਓ ਜੀ, ਠੀਕ ਹੈ ਜੀ, ਇਹ ਵੀ ਗੱਲ ਸਮਝ ਆ ਗਈ। ਇੰਡਸਟਰੀ ਤੇ ਕਮਰਸ ਵਿੱਚ ਆ ਜੀ ਆਪਾਂ ਹੁਣ।
हाँ जी बच्चे जी, ਆਪਾਂ ਹੁਣ ਇੰਡਸਟਰੀ ਤੇ ਕਮਰਸ ਦੀ ਗੱਲ ਕਰੀਏ, ਇੰਡਸਟਰੀਜ਼ ਐਂਡ ਕਮਰਸ ਸੈਕਟਰ ਵਿੱਚ ਦੇਖੀਏ ਕਿ ਪੰਜਾਬ ਸਰਕਾਰ ਨੇ ਕੀ ਇਨੀਸ਼ੀਏਟਿਵਸ ਲਿੱਤੇ ਨੇ ਬੱਚਿਓ। ਤਾਂ ਡਿਊਰਿੰਗ ਦਾ ਲਾਸਟ 11 ਮੰਥਸ ਪੰਜਾਬ ਨੇ 2295 ਇਨਵੈਸਟਮੈਂਟ ਪ੍ਰਪੋਜ਼ਲਸ ਜਿਹੜੇ ਨੇ ਰਿਸੀਵ ਕੀਤੇ ਨੇ, ਜਿਹਦੀ ਅਮਾਊਂਟ 41000 ਕਰੋੜ ਤੱਕ ਹੋ ਸਕਦੀ ਆ। ਕਹਿਣ ਦਾ ਭਾਵ ਕਿ ਬਾਹਰੋਂ ਕੰਪਨੀਜ਼, ਚਾਹੇ ਉਹ ਇੰਡੀਆ ਦੀਆਂ ਹੋਣ ਚਾਹੇ ਉਹ ਬਾਹਰਲੀਆਂ ਹੋਣ, ਇੰਡੀਆ ਦੇ ਆਪਣੇ ਪੰਜਾਬ ਦੇ ਵਿੱਚ ਇਨਵੈਸਟ ਕਰਨ ਲਈ ਰਾਜੀ ਨੇ ਬੇਸਿਕਲੀ। ਠੀਕ ਹੈ ਜੀ। ਉਸ ਤੋਂ ਇਲਾਵਾ 5 ਨਵੀਆਂ ਪਾਲਿਸੀਜ਼, ਜਿਵੇਂ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ, ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ ਜਿਹੜੀ ਪਿੱਛੇ ਕੀਤੀ ਸੀ, ਲੌਜਿਸਟਿਕਸ ਐਂਡ ਲੌਜਿਸਟਿਕ ਪਾਰਕਸ ਪਾਲਿਸੀ, ਵਾਟਰ ਟੂਰਿਜ਼ਮ ਪਾਲਿਸੀ ਤੇ ਐਡਵੈਂਚਰ ਟੂਰਿਜ਼ਮ ਪਾਲਿਸੀ ਵੀ ਲਾਂਚ ਕੀਤੀ ਹੈ, ਜਿਹਦਾ ਇੰਡਸਟਰੀਜ਼ ਐਂਡ ਕਮਰਸ ਨਾਲ ਰਿਲੇਸ਼ਨ ਹੈ। ਇਹਨਾਂ ਦੀ ਡੀਟੇਲਸ ਆਪਾਂ ਜਦੋਂ ਸਰਕਾਰ ਇਹਦੀਆਂ ਡੀਟੇਲਸ ਕਰੂਗੀ ਤਾਂ ਮੈਂ ਤੁਹਾਡੇ ਨਾਲ ਡਿਸਕਸ ਕਰ ਲਵਾਂਗਾ। ਲੋ ਜੀ, ਉਸ ਤੋਂ ਇਲਾਵਾ 20 ਰੂਰਲ ਇੰਡਸਟਰੀਅਲ ਕਲਸਟਰਸ, ਠੀਕ ਹੈ ਜੀ, ਇੰਡਸਟਰੀਅਲ ਕਲਸਟਰਸ ਰੂਰਲ ਏਰੀਆਜ਼ ਦੇ ਵਿੱਚ ਜਿਹੜੀ ਡਿਵੈਲਪ ਕਰਾਂਗੇ। 15 ਇੰਡਸਟਰੀਅਲ ਪਾਰਕਸ ਕਰਾਂਗੇ ਤਾਂ ਕਿ MSME ਸੈਕਟਰ ਦੀ ਗਰੋਥ ਨੂੰ ਐਕਸਲਰੇਟ ਕੀਤਾ ਜਾ ਸਕੇ। ਲੋ ਜੀ, ਠੀਕ ਹੈ ਜੀ। ਉਸ ਤੋਂ ਇਲਾਵਾ 3751 ਕਰੋੜ ਰੁਪਇਆ ਪ੍ਰੋਵੀਜ਼ਨ ਵਾਸਤੇ ਰੱਖਿਆ ਗਿਆ, ਜਿਹੜਾ ਕਿ ਇਨਕਰੀਜ਼ ਹੈ 19% ਦਾ ਪਿਛਲੇ ਸਾਲ ਨਾਲੋਂ ਫॉर द ਇੰਡਸਟਰੀਜ਼ ਐਂਡ ਕਮਰਸ। ਠੀਕ ਹੈ ਜੀ, ਇਹ ਵੀ ਹੋ ਗਿਆ। ਉਸ ਤੋਂ ਇਲਾਵਾ ਇੰਡਸਟਰੀਅਲ ਯੂਨਿਟਸ ਨੂੰ ਕੈਪੀਟਲ ਸਬਸਿਡੀ ਦੇਵਾਂਗੇ। ਠੀਕ ਹੈ ਜੀ। ਫॉर ਇੰਡਸਟਰੀਅਲ ਫੋਕਲ ਪੁਆਇੰਟਸ 50 ਕਰੋੜ ਰੁਪਇਆ ਐਲੋਕੇਟ ਕੀਤਾ ਹੈ। 100% ਇਲੈਕਟ੍ਰੀਸਿਟੀ ਡਿਊਟੀ ਐਗਜ਼ੈਂਪਸ਼ਨ ਮਿਲੂਗੀ। ਸਟੇਟ GST ਰੀਇੰਬਰਸਮੈਂਟ 26 ਇੰਡਸਟਰੀਅਲ ਯੂਨਿਟਸ ਨੂੰ ਦਿੱਤਾ ਜਾਊਗਾ। ਬੇਸਿਕਲੀ ਇੰਡਸਟਰੀ ਤੇ ਕਮਰਸ ਵਾਲੇ ਵਿੱਚ ਜ਼ਿਆਦਾਤਰ ਸਬਸਿਡੀਜ਼ ਵਗੈਰਾ ਦਿੱਤੀਆਂ ਨੇ, ਇਹਦੇ ਵਿੱਚ ਕੋਈ ਜ਼ਿਆਦਾ ਯਾਦ ਰੱਖਣ ਵਾਲੀ ਕੋਈ ਚੀਜ਼ ਹੈਗੀ ਨਹੀਂ। ਲੋ ਜੀ, ਉਸ ਤੋਂ ਬਾਅਦ ਆਜੋ ਜੀ ਲੋਕਲ ਗਵਰਨਮੈਂਟ ਤੇ ਅਰਬਨ ਡਿਵੈਲਪਮੈਂਟ ਵਿੱਚ ਦੇਖੀਏ ਕੀ ਇਨੀਸ਼ੀਏਟਿਵਸ ਲਿੱਤੇ ਗਏ ਨੇ। ਇੱਕ ਨਵੀਂ ਅਰਬਨ ਸਟੇਟ 1600 ਏਕੜ ਦੇ ਵਿੱਚ ਮੋਹਾਲੀ ਦੇ ਵਿੱਚ ਡਿਵੈਲਪ ਹੋਊਗੀ ਤੇ ਕਰੂਗਾ ਕੌਣ? ਗਮਾਡਾ, ਨਵੀਂ ਅਰਬਨ ਸਟੇਟ। ਲੋ ਜੀ, ਉਸ ਤੋਂ ਇਲਾਵਾ ਇੱਕ ਹੋਰ ਅਰਬਨ ਸਟੇਟ 1000 ਏਕੜ ਦੇ ਵਿੱਚ ਨਿਊ ਚੰਡੀਗੜ੍ਹ, ਜਿਹਨੂੰ ਇਕੋ ਸਿਟੀ 3 ਦਾ ਨਾਮ ਦਿੱਤਾ ਜਾਊਗਾ, ਉਹਦੀ ਵੀ ਐਕੁਜੀਸ਼ਨ ਪ੍ਰੋਸੈਸ ਯਾਨੀ ਕਿ ਲੈਂਡ ਐਕੁਜੀਸ਼ਨ ਹੋ ਰਹੀ ਹੈ। ਆਲਰਾਈਟ। ਗ੍ਰੇਟਰ ਲੁਧਿਆਣਾ ਯਾਨੀ ਕਿ ਗਲਾਡਾ ਨੇ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਲੁਧਿਆਣੇ ਦੇ ਵਿੱਚ ਇੱਕ ਅਰਬਨ ਸਟੇਟ ਬਣਾਉਣੀ ਆ 1600 ਏਕੜ ਦੇ ਵਿੱਚ। ਠੀਕ ਹੈ ਜੀ। ਇਹ ਬੇਸਿਕਲੀ ਇਹ ਸਾਰੇ ਉਹ ਏਰੀਆਸ ਨੇ ਜਿੱਥੇ ਡੈਂਸਿਟੀ ਆਫ ਪੋਪੂਲੇਸ਼ਨ ਬਹੁਤ ਜ਼ਿਆਦਾ, ਸੋ ਬੇਸਿਕਲੀ ਨਵੀਆਂ ਸਿਟੀਜ਼ ਵਸਾਈਆਂ ਜਾ ਰਹੀਆਂ ਨੇ। ਲੋ ਜੀ, ਬਠਿੰਡਾ ਡਿਵੈਲਪਮੈਂਟ ਅਥਾਰਟੀ ਵੀ 200 ਏਕੜ ਤੇ ਇੱਕ ਟਾਊਨਸ਼ਿਪ ਜਿਹੜੀ ਹੈ ਕ੍ਰੀਏਟ ਕਰ ਰਹੀ ਹੈ। ਉਸ ਤੋਂ ਬਾਅਦ ਆਜੋ ਜੀ ਗਵਰਨੈਂਸ ਰਿਫਾਰਮਸ। ਗਵਰਨੈਂਸ ਦੇ ਵਿੱਚ ਦੇਖਦੇ ਆਪਾਂ ਕੀ ਸਰਕਾਰ ਨੇ ਨਵੇਂ ਇਨੀਸ਼ੀਏਟਿਵਸ ਲੈਤੇ ਨੇ। ਜਿਹੜੇ 535 ਸੇਵਾ ਕੇਂਦਰ ਨੇ ਉਹਦੇ ਵਿੱਚ ਅਸੀਂ 110 ਨਵੀਆਂ ਸਰਵਿਸਿਜ਼ ਇੰਟਰੋਡਿਊਸ ਕਰਾਂਗੇ। ਸਰਕਾਰ ਦਾ ਇਹ ਪਹਿਲ ਕਦਮੀ ਕਰ ਰਹੇ ਨੇ। ਉਸ ਤੋਂ ਬਾਅਦ ਗਵਰਨਮੈਂਟ ਵਰਕ ਕਰ ਰਹੀ ਹੈ ਓਵਰ ਟਾਈਮ ਤਾਂ ਕਿ ਸਰਕਾਰ ਤੁਹਾਡੇ ਦੁਆਰ ਜਿਹੜਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੋਊਗਾ ਉਹਨੂੰ ਛੇਤੀ ਲਾਂਚ ਕਰੀਏ, ਜਿਹਦਾ ਕੰਮ ਕੀ ਹੋਊਗਾ? ਸਿਟੀਜ਼ਨ ਸੈਂਟਰਿਕ ਸਰਵਿਸਿਜ਼ ਤੁਹਾਡੇ ਡੋਰ ਸਟੈਪ ਤੇ ਤੁਹਾਡੇ ਤੱਕ ਪਹੁੰਚ ਸਕਣ। ਉਸ ਤੋਂ ਇਲਾਵਾ ਸਟੇਟ ਡਾਟਾ ਪਾਲਿਸੀ ਵੀ ਤਿਆਰ ਹੋ ਰਹੀ ਹੈ। ਸਟੇਟ ਡਾਟਾ ਪਾਲਿਸੀ ਦਾ ਕੀ ਮੇਨ ਇਨੀਸ਼ੀਏਟਿਵ ਹੋਊਗਾ? ਤਾਂ ਕਿ ਡਿਪਾਰਟਮੈਂਟਸ ਦੇ ਵਿੱਚ ਜੋ ਵੀ ਸਿਟੀਜ਼ਨ ਸਪੈਸੀਫਿਕ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਹ ਇੱਕ ਦੂਜੇ ਤੱਕ ਜਲਦੀ ਤੇ ਫਾਸਟ ਤਰੀਕੇ ਨਾਲ ਜਾ ਸਕੀ। ਇੰਟਰਆਪਰੇਬਿਲਿਟੀ ਆਫ ਡਾਟਾ। ਠੀਕ ਹੈ ਜੀ। ਉਸ ਤੋਂ ਇਲਾਵਾ ਜੀ ਵੇਰੀਅਸ ਗਵਰਨੈਂਸ ਪ੍ਰੋਜੈਕਟ ਵਾਸਤੇ ਵੀ ਪੈਸਾ ਜਿਹੜਾ ਹੈ ਅਲਾਟ ਕੀਤਾ ਗਿਆ ਹੈ। ਲੋ ਜੀ, ਫਿਰ ਦੇਖੀਏ ਗ੍ਰਾਂਟ ਇਨ ਏਡ ਟੂ ਦ ਯੂਨੀਵਰਸਿਟੀਜ਼। ਆਹ ਬੜਾ ਜਿਹੜਾ PAU ਦਾ ਜਿਹੜਾ ਚੱਕਰ ਪਿਆ ਸੀ, ਕਿਉਂਕਿ ਇਹਨਾਂ ਦੀ ਜਿਹੜੀ ਗ੍ਰਾਂਟ ਹੈ ਡਿਕਰੀਜ਼ ਕੀਤੀ ਗਈ ਸੀ। ਚਲੋ ਜੀ, 990 ਕਰੋੜ ਰੁਪਏ ਐਲੋਕੇਟ ਕੀਤਾ ਤਾਂ ਕਿ ਅਸਿਸਟੈਂਸ ਪ੍ਰੋਵਾਈਡ ਕਰਾਂਗੇ ਯੂਨੀਵਰਸਿਟੀਜ਼ ਨੂੰ। ਕਿਹੜੀਆਂ? ਪੰਜਾਬੀ ਯੂਨੀਵਰਸਿਟੀ ਪਟਿਆਲਾ, PAU ਗੜਵਾਸੂ, ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੀ। ਠੀਕ ਹੈ ਜੀ, ਇਹਨਾਂ ਨੂੰ ਗ੍ਰਾਂਟ ਇਨ ਏਡ ਦਿੱਤੀ ਜਾਊਗੀ। ਉਸ ਤੋਂ ਬਾਅਦ ਫੈਮਿਲੀ ਐਂਡ ਹੈਲਥ ਵੈਲਫੇਅਰ ਦੇ ਵਿੱਚ ਦੇਖਦੇ ਹਾਂ ਜੀ 117 ਆਮ ਆਦਮੀ ਕਲੀਨਿਕ ਸਟੈਬਲਿਸ਼ ਕਰਨੀ ਸੀ, ਪਹਿਲਾਂ ਇਹ ਟਾਰਗੇਟ ਸੀਗਾ। ਕਹਿੰਦੇ ਉਹਦੇ ਅਗੇਂਸਟ ਅਸੀਂ 504 ਆਮ ਆਦਮੀ ਕਲੀਨਿਕ ਐਸਟੈਬਲਿਸ਼ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਨੂੰ ਸਸਤੀਆਂ ਦਵਾਈਆਂ ਵਗੈਰਾ ਮਿਲਦੀਆਂ ਨੇ ਗਰੀਬਾਂ ਨੂੰ। ਠੀਕ ਹੈ ਜੀ। ਕਹਿੰਦੇ ਜੀ ਅਨਦਰ 142 ਕੁਝ ਦਿਨਾਂ ਦੇ ਵਿੱਚ ਆਪਰੇਸ਼ਨਲ ਹੋ ਜਾਣਗੀਆਂ। ਠੀਕ ਹੈ ਜੀ, ਵੈਰੀ ਗੁੱਡ, ਬਹੁਤ ਵਧੀਆ ਸਟੈਪ ਹੈ ਜੀ ਇਹ। ਠੀਕ ਹੈ ਜੀ। ਉਸ ਤੋਂ ਇਲਾਵਾ ਫॉर द ਸਟਰੈਂਥਨਿੰਗ ਆਫ ਸੈਕੰਡਰੀ ਹੈਲਥ ਕੇਅਰ ਇੰਸਟੀਟਿਊਸ਼ਨ ਵਾਸਤੇ ਜਿਹੜਾ ਹੈ ਪੈਸਾ ਦਿੱਤਾ ਗਿਆ। ਮੈਟਰਨਲ ਚਾਈਲਡ ਹੈਲਥ ਵਾਸਤੇ ਪੈਸਾ ਦਿੱਤਾ ਗਿਆ। 50 ਬੈਡਡ ਇੰਟੀਗ੍ਰੇਟਡ ਆਯੁਸ਼ ਹਸਪੀਟਲ ਐਸਟੈਬਲਿਸ਼ ਕਰਾਂਗੇ ਜੀ 18 ਕਰੋੜ ਰੁਪਏ ਦੀ ਰਾਸ਼ੀ ਨਾਲ। ਤੇ ਡਰੱਗ ਮੈਨੇਜਮੈਂਟ ਫੈਸਿਲਿਟੀਜ਼ ਦੀ ਰਨਿੰਗ ਤੇ ਅਪਗ੍ਰੇਡੇਸ਼ਨ ਵਾਸਤੇ ਪੈਸਾ ਜਿਹੜਾ ਹੈ ਟ੍ਰਾਂਸਫਰ ਕੀਤਾ ਹੈ। ਤੇ ਪੈਟ ਸਕੈਨ ਤੇ ਸਪੈਕਟ CT ਮਸ਼ੀਨਸ ਫॉर द ਹੋਮੀ ਭਾਬਾ ਕੈਂਸਰ ਸੈਂਟਰ। ਇਹ ਕਿੱਥੇ ਕਿਸੇ ਨੂੰ ਪਤਾ ਹੈ? ਹੋਮੀ ਭਾਬਾ ਕੈਂਸਰ ਸੈਂਟਰ ਨਿਊ ਚੰਡੀਗੜ੍ਹ 'ਚ। ਠੀਕ ਹੈ ਜੀ। ਉਹਦੇ ਵਾਸਤੇ ਨਵੀਆਂ ਮਸ਼ੀਨਾਂ ਜਿਹੜੀ ਪ੍ਰੋਕਿਓਰ ਕਰਨ ਵਾਸਤੇ 17 ਕਰੋੜ ਦਿੱਤਾ ਗਿਆ। 24 ਘੰਟੇ ਐਮਰਜੈਂਸੀ ਰਿਸਪੌਂਸ ਸਰਵਿਸਿਜ਼ ਵਾਸਤੇ 61 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ। ਉਸ ਤੋਂ ਬਾਅਦ ਸਿਵਲ ਐਵੀਏਸ਼ਨਸ ਦੀ ਗੱਲ ਕਰ ਲਈਏ। ਸੈਕਿੰਡ ਫੇਸ ਆਫ ਟਰਮੀਨਲ ਬਿਲਡਿੰਗ ਆਫ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸ਼ਹੀਦ ਭਗਤ ਸਿੰਘ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਉਹਦੀ ਸੈਕਿੰਡ ਟਰਮੀਨਲ ਬਿਲਡਿੰਗ ਐਸਟੈਬਲਿਸ਼ ਕਰਾਂਗੇ ਜੀ। ਉਹ ਐਕਟਿਵ ਕੰਸੀਡਰੇਸ਼ਨ 'ਚ ਚੱਲ ਰਹੀ ਹੈ। ਲੋ ਜੀ, ਠੀਕ ਹੈ ਜੀ।
ਕਹਿੰਦੇ ਜੀ ਇੱਕ ਹੋਰ ਟਰਮੀਨਲ ਬਿਲਡਿੰਗ ਇੰਡੀਅਨ 에ਅਰ ਫੋਰਸ ਸਟੇਸ਼ਨ ਹਲਵਾਰੇ ਵਿੱਚ ਇੰਡੀਅਨ 에ਅਰ ਫੋਰਸ ਸਟੇਸ਼ਨ ਉਹਦੀ ਜਿਹੜੀ ਹੈ ਡਿਵੈਲਪਮੈਂਟ ਵਾਸਤੇ ਪੈਸਾ ਐਲੋਕੇਟ ਕੀਤਾ ਗਿਆ। ਉਸ ਤੋਂ ਬਾਅਦ 에ਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਸਾਈਨ ਕੀਤਾ ਸਰਕਾਰ ਨੇ। ਕਹਿੰਦੇ ਜੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਆ ਜਿਹੜਾ ਹਨਾ, ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਹੈ, ਉਹਦੇ ਵਿੱਚ 에ਅਰ ਕਾਰਗੋ ਫੈਸਿਲਿਟੀਜ਼ ਨੂੰ ਡਿਵੈਲਪ ਕਰਨਾ ਹੈ, 에ਅਰ ਕਾਰਗੋ ਫੈਸਿਲਿਟੀਜ਼ ਨੂੰ ਡਿਵੈਲਪ ਕਰਨਾ ਹੈ ਤਾਂ ਕਿ ਜਿਹੜੇ ਇਸ 에ਅਰਪੋਰਟ ਤੋਂ ਜਿਹੜਾ ਹੈ ਐਕਸਪੋਰਟ ਚੀਜ਼ਾਂ ਹੋ ਸਕਣ, ਠੀਕ ਹੈ ਜੀ, ਕਾਰਗੋ ਐਕਸਪੋਰਟ ਹੋ ਸਕੇ। ਉਸ ਤੋਂ ਇਲਾਵਾ ਗਵਰਨਮੈਂਟ ਨੇ ਸਾਈਨ ਕੀਤਾ ਐਗਰੀਮੈਂਟ ਵਿਦ ਦਾ 에ਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਤਾਂ ਕਿ ਇੱਕ ਪੈਰੀਸ਼ੇਬਲ ਕਾਰਗੋ ਕੰਪਲੈਕਸ ਕ੍ਰੀਏਟ ਕੀਤਾ ਜਾ ਸਕੇ। ਪੈਰੀਸ਼ੇਬਲ ਕਾਰਗੋ ਕੰਪਲੈਕਸ ਕ੍ਰੀਏਟ ਅਲੱਗ ਤੋਂ ਐਟ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ, ਜਿਹੜਾ ਅੰਮ੍ਰਿਤਸਰ ਵਾਲਾ 에ਅਰਪੋਰਟ ਹੈ। ਪੈਰੀਸ਼ੇਬਲ ਕਾਰਗੋ ਕੰਪਲੈਕਸ ਦਾ ਕੀ ਮਤਲਬ ਹੋਇਆ? ਅਲੱਗ ਤੋਂ ਕਹਿੰਦੇ ਕਰੋ ਉਹ ਸਾਰੇ ਪ੍ਰੋਡਕਟਸ ਜਿਹੜੇ ਪੈਰੀਸ਼ੇਬਲ ਨੇ, ਚਾਹੇ ਉਹ ਫਰੂਟਸ ਲਗਾ ਲਓ, ਚਾਹੇ ਵੈਜੀਟੇਬਲਸ ਲਗਾ ਲਓ, ਜਿਨ੍ਹਾਂ ਦੀ ਸ਼ੈਲਫ ਲਾਈਫ ਘੱਟ ਆ, ਉਹਨਾਂ ਦਾ ਕਹਿੰਦੇ ਸੀ ਅਲੱਗ ਤੋਂ ਹੀ ਕੰਪਲੈਕਸ ਬਣਾਈਏ। ਸੋ ਇਹਦੇ ਉੱਤੇ ਜਿਹੜਾ ਹੈ ਸਰਕਾਰ ਨੇ ਸਪੈਸ਼ਲ ਐਗਰੀਮੈਂਟ ਸਾਈਨ ਕੀਤਾ 에ਅਰਪੋਰਟ ਅਥਾਰਟੀ ਆਫ ਇੰਡੀਆ ਨਾਲ। ਉਸ ਤੋਂ ਬਾਅਦ ਦੇਖੀਏ ਗਵਰਨੈਂਸ ਰਿਫਾਰਮਸ ਦੇ ਵਿੱਚ 535 ਨਵੇਂ ਸੇਵਾ ਕੇਂਦਰਾਂ ਦੇ ਵਿੱਚ 110 ਨਵੀਆਂ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ। ਇਹ ਮੇਰੇ ਖਿਆਲ ਨਾਲ ਪਹਿਲਾਂ ਵੀ ਆਪਾਂ ਕਰ ਲਿਆ ਨਾ, 2 ਵਾਰੀ ਆ ਗਿਆ ਸ਼ਾਇਦ, ਦੇਖਣ ਲੈਟ ਮੀ ਸੀ ਗਵਰਨੈਂਸ ਰਿਫਾਰਮ, ਹਾਂ ਇਹ ਆਪਣਾ ਪਹਿਲਾਂ ਵੀ ਕਰ ਲਿਆ, ਔਰ ਕੋਈ ਦੁਬਾਰੇ ਆ ਗਈ ਹੋਣੀ। ਹਾਂ ਚਲੋ ਜੀ, ਹਾਂ ਇਹ ਹੋ ਗਏ ਬੱਚੇ ਆਪਣੇ 28 ਇੰਪੋਰਟੈਂਟ ਡਿਪਾਰਟਮੈਂਟਸ ਜਿਨ੍ਹਾਂ ਵਿੱਚ ਡਿਫਰੈਂਟ ਸਕੀਮਸ ਜਾਂ ਡਿਫਰੈਂਟ ਸਟੈਪਸ ਲਿੱਤੇ ਗਏ ਸੀ, ਠੀਕ ਹੈ ਜੀ। ਸੋ ਇਹਦੇ ਨਾਲ ਹੀ ਇਹ ਸਾਰੇ ਰਿਫਾਰਮਸ ਮੈਂ ਤੁਹਾਡੇ ਨਾਲ ਕਵਰ ਕਰ ਰਹੇ ਨੇ। ਤੁਸੀਂ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਰੱਟਾ ਲਾ ਲਿਓ। ਇਹਦੀ PDF ਤੁਹਾਨੂੰ ਤੁਹਾਡੇ ਟੈਲੀਗ੍ਰਾਮ ਚੈਨਲ ਤੇ, ਤੁਹਾਡਾ ਹੀ ਹੈ ਉਹ, ਮੇਰਾ ਵੀ ਹੈ ਤੁਹਾਡਾ ਵੀ ਹੈ, ਮਿਲ ਜੂਗੀ। ਹੁਣੇ ਚੈੱਕ ਕਰ ਲਿਓ ਤਾਂ ਮਿਲ ਜੂ, ਠੀਕ ਹੈ ਜੀ। ਮੈਂ ਨਾਲ ਦੀ ਨਾਲ ਜਿਹੜੀ ਹੈ 8 ਵਜੇ ਵੀਡੀਓ ਪਾਊਗੀ, ਨਾਲ ਦੀ ਨਾਲ ਮੈਂ ਉਹਦੇ ਵਿੱਚ ਪਾ ਦੂੰਗਾ, ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ, ਜੁੜੇ ਰਹੋ ਕਿਉਂਕਿ ਮੈਂ ਇਹਦੇ ਉੱਤੇ ਕੁਝ ਹੋਰ ਵੀਡੀਓਜ਼ ਯਾਨੀ ਕਿ ਇਕਨੋਮਿਕ ਸਰਵੇ 'ਚੋਂ ਜਿਹੜੀਆਂ ਇਨਪੁਟਸ ਜਿਹੜੇ ਮੈਂ ਕੱਢ ਕੇ ਲੈ ਕੇ ਆਊਂਗਾ। ਸੋ ਇਹ ਪਲੇਲਿਸਟ ਨੂੰ ਤੁਸੀਂ ਆਪਣੇ ਕੋਲ ਰੱਖਿਓ, ਠੀਕ ਹੈ ਜੀ। ਇਹਦੇ ਨਾਲ ਜੁੜ ਕੇ ਰਹੋ। ਸਟੇ ਟਿਊਨ, ਕੀਪ ਵਾਚਿੰਗ ਸਕਸੈਸ ਟਰੀ ਪੰਜਾਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।